ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 1376 ਅੰਗ ਦੇ ਉੱਤੇ ਜਿਹੜੇ ਜੱਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 1376 ਅੰਗ ਦੇ ਉੱਤੇ ਹੈਗੇ ਆਪਾਂ ਔਰ 200 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਆ ਜਾਂਦੀ ਹੈ ਫਤਿਹ ਜਿਹੜੀ ਹੈ ਨਾ, ਆਪਾਂ ਕਥਾ ਸ਼ੁਰੂ ਹੋ ਗਈ ਨਾ ਬਸ ਫਿਰ ਆਪਾਂ ਕਥਾ 'ਤੇ ਹੀ ਕੇਂਦਰਿਤ ਹੋ ਜਾਈਏ, ਜਿਹਦੇ ਵਾਸਤੇ ਆਪਾਂ ਜਿਹੜੇ ਹੈਗੇ ਇੰਨਾ ਯਤਨ ਉਪਰਾਲਾ ਕਰ ਰਹੇ ਹਾਂ। ਇਹ 228ਵਾਂ ਸ਼ਲੋਕ ਆਪਾਂ ਨੇ ਲੈਣਾ ਆ। 1376 ਅੰਗ ਹੈਗਾ 1376। ਆਪਣੀ ਫਤਿਹ ਜਿਹੜੀ ਹੈ ਨਾ ਉਹ ਤਾਂ ਗੁਰੂ ਨੂੰ ਪਹੁੰਚ ਜਾਂਦੀ ਹੈ, ਮਾਲਕ ਨੂੰ ਪਹੁੰਚ ਜਾਂਦੀ ਹੈ। ਬਸ ਜਦ ਆਪਾਂ ਮਾਲਕ ਵੱਲ ਨੂੰ ਜਿਹੜਾ ਹੈਗਾ ਕੇਂਦਰਿਤ ਹੋ ਗਏ ਨਾ ਤੇ ਆਪਣਾ ਸਾਰਾ ਕੁਝ ਮਾਲਕ ਪਰਮਾਤਮਾ ਦੇ ਨਾਲ ਆਪਣਾ ਜਿਹੜਾ ਹੈਗਾ ਉਹਦੇ ਕੋਲ ਪਹੁੰਚ ਜਾਂਦਾ ਹੈ। ਜੋ ਵੀ ਕੁਝ ਆਪਾਂ ਕਰ ਰਹੇ ਇਹ ਜਿਹੜਾ ਹੈਗਾ ਇਹ ਘੜੀਆਂ ਜਿਹੜੀਆਂ ਹੈਗੀਆਂ ਇਹ ਤਾਂ ਲੇਖੇ ਦੇ ਵਿੱਚ ਹੈਗੀਆਂ। ਇਹ ਤਾਂ ਇਹਨਾਂ ਦਾ ਤਾਂ ਇਹ ਤਾਂ ਐਸੀ ਜਿਹੜੀ ਹੈਗੀ ਇਹ ਤਾਂ ਜੀਵਨ ਜਿਹੜਾ ਹੈਗਾ ਪੂਰੇ ਜੀਵਨ ਜਿਹੜਾ ਹੈਗਾ ਉਹਨੂੰ ਬਦਲ ਦਿੰਦੀਆਂ। ਔਰ ਪੂਰੇ ਜੀਵਨ ਦੇ ਵਿੱਚ ਜਿਹੜਾ ਸਭ ਤੋਂ ਪੂਰਾ ਬੈਕ ਜਿਹੜਾ ਪਿਛਲਾ ਜਿੰਨੀ ਵੀ ਜ਼ਿੰਦਗੀ ਆਪਣੀ ਆ ਉਹ ਇਹਦਾ ਮੁਕਾਬਲਾ ਨਹੀਂ ਕਰ ਸਕਦੇ ਆਹ ਘੜੀਆਂ ਜਿਹੜੀਆਂ ਹੈਗੀਆਂ। ਔਰ ਜੇ ਕਿਤੇ ਆ ਗਿਆਨ ਲੈ ਕੇ ਆਪਾਂ ਧਿਆਨ ਕਰਨਾ ਸ਼ੁਰੂ ਕਰ ਦਈਏ ਬਸ ਫਿਰ ਤਾਂ ਬਾਹਰ ਆ ਗੇਮ ਤੋਂ। ਫਿਰ ਕੀ ਰਹਿ ਗਿਆ ਬਸ ਜਿਹੜਾ ਚੱਲ ਪਿਆ ਬਸ ਉਹਨੇ ਪਹੁੰਚ ਜਾਣਾ ਹੈ ਭਾਈ। ਅੰਗ 1376 ਤੇ 228 228 ਜਿਹੜਾ ਸ਼ਲੋਕ ਹੈਗਾ ਕਬੀਰ ਜੀ ਦਾ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨੇ ਤਜਿਆ ਬਾਦ ਵਿਵਾਦ। ਇਹ ਜਿਹੜਾ ਸ਼ਲੋਕ ਹੈਗਾ ਇਹਦੇ ਵਿੱਚ ਕੰਪਲੀਟ ਗਿਆਨ ਹੁੰਦਾ ਹੈ ਔਰ ਬਿਲਕੁਲ ਜਿਹੜਾ ਹੈਗਾ ਇਹਦੇ ਵਿੱਚ ਲੇਥੂ ਪੇਥੂ ਹੁੰਦਾ, ਇਹਦੇ ਵਿੱਚੋਂ ਕੱਢਣਾ ਹੁੰਦਾ। ਹੁਣ ਇੱਥੇ ਕਬੀਰ ਤਰਵਰ ਰੂਪੀ ਰਾਮ ਹੈ, ਕਹਿੰਦੇ ਤਰਵਰ ਕਹਿੰਦੇ ਆ ਦਰਖਤ, ਕਹਿੰਦੇ ਰਾਮ ਜਿਹੜਾ ਦਰਖਤ ਹੈਗਾ ਹੁਣ ਪਰਮਾਤਮਾ ਦਰਖਤ ਹੈ, ਉਹਨੇ ਸਾਰੀ ਦੁਨੀਆ ਬਣਾਈ ਆ, ਉਹਦੀ ਛਾਂ ਹੀ ਆ ਸਾਰਾ ਕੁਝ ਜੋ ਕੁਛ ਵੀ ਹੈਗਾ। ਪਰ ਇਹਦੇ ਨਾਲ ਬ੍ਰਹਮ ਗਿਆਨ ਕੀ ਹੈਗਾ ਇਹਦੇ ਵਿੱਚ, ਭੇਦ ਕੀ ਹੈਗਾ ਇਹਦੇ ਵਿੱਚ। ਕਬੀਰ ਤਰਵਰ ਰੂਪੀ ਰਾਮ ਹੈ, ਕਹਿੰਦੇ ਰਾਮ ਜਿਹੜਾ ਹੈਗਾ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਇਹ ਨਾਮ ਜਿਹਨੂੰ ਨਾਮ ਫਲ ਲੱਗਣਾ ਆ ਇਹ ਜਿਹੜਾ ਹੈਗਾ ਇਹ ਬੂਟਾ ਜਿਹੜਾ ਹੈਗਾ ਤੈਨੂੰ ਲਾਉਣਾ ਪੈਣਾ ਆ। ਇਹ ਬੂਟਾ ਜਿਹੜਾ ਹੈਗਾ ਮਨੁੱਖੀ ਜੂਨ ਮਿਲੀ ਐਸੇ ਵਾਸਤੇ ਹੈ ਕਿ ਤੂੰ ਜਿਹੜਾ ਹੈਗਾ ਇੱਕ ਬੂਟਾ ਲਾਏ। ਇਹ ਭਗਤੀ ਦਾ ਬੂਟਾ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਇਹ ਦਰਖਤ ਬਣਨਾ ਹੈ ਭਾਈ। ਇਹ ਭਗਤੀ ਦਾ ਬੂਟਾ ਜਿਹੜਾ ਇਨਸਾਨ ਭਗਤੀ ਕਰਨੀ ਧਿਆਨ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ ਬਈ ਉਹਨੇ ਬੂਟਾ ਲਗਾ ਲਿਆ। ਕਬੀਰ ਤਰਵਰ ਰੂਪੀ ਰਾਮ ਹੈ, ਆਇਆ ਭਾਈ ਉਹ ਰਾਮ ਦਾ ਬੂਟਾ। ਫਲ ਰੂਪੀ ਬੈਰਾਗ, ਔਰ ਇਹਦੇ ਵਿੱਚ ਫਲ ਲੱਗਣਾ ਆ ਬੈਰਾਗ ਦੇ ਨਾਲ, ਬੈਰਾਗ ਦਾ ਫਲ ਲੱਗਣਾ ਹੈ। ਦੁਨੀਆ ਤੋਂ ਜਿਹੜਾ ਜੋ ਮਾਲਕ ਨੇ ਚੋਗਾ ਪਾਇਆ ਹੈ ਇਸ ਚੋਂ ਬੈਰਾਗ ਆਹ ਫਲ ਲੱਗਣਾ ਇਹਨੂੰ, ਤਾਂ ਉਹ ਨਾਮ ਪ੍ਰਾਪਤ ਹੋਣਾ ਹੈ, ਤਾਂ ਜਿਹੜਾ ਹੈਗਾ ਉਹ ਨਾਮ ਪਦਾਰਥ ਮਿਲਣਾ ਹੈ ਆਪਾਂ ਨੂੰ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਕਹਿੰਦੇ ਇੱਕ ਬੂਟਾ ਲਗਾਉਣਾ ਪੈਣਾ ਪਿਆਰਿਆ ਜੀਵਨ ਦੇ ਵਿੱਚ। ਜਿੰਨੀ ਗੁਜ਼ਰ ਗਈ ਸੋ ਗੁਜ਼ਰ ਗਈ, ਹੁਣ ਅੱਗੇ ਜਿਹੜਾ ਹੈਗਾ ਆਹ ਬੂਟਾ ਲਗਾ ਲਾ। ਭਗਤੀ ਦੇ ਨਾਲ ਲੱਗਣਾ ਹੈ ਬੂਟਾ, ਭਗਤੀ ਸ਼ੁਰੂ ਕਰ ਦੇ, ਪ੍ਰੇਮਾ ਭਗਤੀ ਆਪਣੇ ਅੰਦਰ ਵੜਨਾ ਸ਼ੁਰੂ ਕਰ ਦੇ, ਵਿਚਾਰ ਬੰਦ ਕਰਨੇ ਸ਼ੁਰੂ ਕਰ ਆਪਣੇ ਮਨ ਨੂੰ ਦੇਖ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਛਾਇਆ ਇਹ ਬੂਟੇ ਦੀ ਛਾਂ ਉਹਨੂੰ ਮਿਲਣੀ ਆ ਭਾਈ ਜਿਹੜਾ ਸਾਧਨਾ ਕਰ ਰਿਹਾ ਹੈ। ਛਾਇਆ ਰੂਪੀ ਸਾਧ ਹੈ, ਜਿਹਨੇ ਤਜਿਆ ਬਾਦ ਵਿਵਾਦ, ਜਿਹਨੇ ਦੁਨੀਆ ਦੇ ਜਿਹੜੇ ਆ ਬਾਦ ਵਿਵਾਦ ਜਿਹੜੇ ਆ ਫੋਕੀ ਗਿਆਨ ਚਰਚਾ ਜਿਹੜੀ ਹੈਗੀ ਆ ਜਿਹੜਾ ਪੰਡਤ ਪੁਣਾ ਗਿਆਨ ਪੁਣਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਬਾਣੀ ਆਹ ਕਹਿੰਦੀ ਆ, ਆਹ ਕਹਿੰਦੀ ਆ, ਇਹ ਭਗਤੀ ਆਹ ਕਹਿੰਦੀ ਆ, ਉਹ ਕਹਿੰਦੀ
ਖਾਲੀ ਜਿਹੜਾ ਹੈਗਾ ਫੀਲਿੰਗ, ਖਾਲੀ ਜਿਹੜੀਆਂ ਗੱਲਾਂ, ਔਰ ਇੱਕ ਦੂਸਰੇ ਦੇ ਨਾਲ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ, ਦੁਨੀਆ ਦੇ ਜਿਹੜੇ ਇਹ ਤਾਂ ਧੰਦਿਆਂ ਦੇ ਜਿਹੜੇ ਵਾਦ ਵਿਵਾਦ ਤਾਂ ਇਹ ਤਾਂ ਵਾਧੂ ਹੈਗੇ। ਕਹਿੰਦੇ ਉਹ ਇਨਸਾਨ ਇਸ ਬੂਟੇ ਦੀ ਛਾਂ ਲੈ ਸਕੂਗਾ, ਇਹਦਾ ਫਲ ਲੈ ਸਕੂਗਾ, ਜਿਹਨੇ ਕਿ ਆਹ ਦੁਨੀਆ ਦੇ ਜਿਹੜੇ ਹੈਗੇ ਆਹ ਕਰਮ ਕਾਂਡ ਜਿਹੜੇ ਹੈਗੇ ਦੁਨੀਆ ਦੇ ਜਿਹੜੇ ਹੈਗੇ ਇਹਨਾਂ ਦੇ ਵਿੱਚੋਂ ਇਹਨਾਂ ਤੋਂ ਉੱਪਰ ਉੱਠ ਗਿਆ, ਜਿਹੜਾ ਇਹ ਵਾਦ ਵਿਵਾਦ ਤੋਂ ਜਿਹੜਾ ਹੈਗਾ ਉੱਪਰ ਉੱਠ ਕੇ ਜਿਹਨੇ ਪ੍ਰੈਕਟੀਕਲੀ ਜਿਹੜਾ ਹੈਗਾ ਧਿਆਨ ਸਿਮਰਨ ਕਰਨਾ ਸ਼ੁਰੂ ਕਰਤਾ, ਉਹਨੇ ਉਹ ਬੂਟਾ ਲਾ ਦਿੱਤਾ। ਫਿਰ ਉਹ ਬੂਟੇ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ, ਛੋਟੇ ਬੂਟੇ ਦੀ, ਕੋਈ ਡੰਗਰ ਨਾ ਖਾ ਜੇ, ਕੋਈ ਹਨੇਰੀ ਨੂਰੀ ਤੋਂ ਬਚਾਉਣਾ ਪੈਂਦਾ, ਉਹਦੇ ਉੱਤੇ ਜੰਗਲਾ ਲਾਉਣਾ ਪੈਂਦਾ। ਆਹ ਹੈਗੀ ਬਾਰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆਪਣੇ ਭਗਤੀ ਕਰਨੀ ਰੋਜ਼ ਜਿਹੜੀ ਹੈਗੀ ਆ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਉਹਦੇ ਨਾਲ ਬੈਰਾਗ ਪੈਣਾ ਹੈ ਭਾਈ, ਉਹਦੇ ਨਾਲ ਜਿਹੜਾ ਹੈਗਾ ਇਹ ਮਨ ਨੇ ਮੁੜਨਾ ਹੈਗਾ, ਮਨ ਦੇ ਦੰਦ ਉਹਦੇ ਨਾਲ ਖੱਟੇ ਹੋਣੇ ਆ, ਇਹ ਪਦਾਰਥਾਂ ਤੋਂ, ਸਵਾਦ ਤੋਂ, ਚੋਗੇ ਤੋਂ, ਨਹੀਂ ਤਾਂ ਇਹਨੇ ਨਹੀਂ ਪਤੰਦਰ ਨੇ ਮੰਨਣਾ ਕਿਸੇ ਹੋਰ ਤਰੀਕੇ ਦੇ ਨਾਲ। ਛਾਇਆ ਰੂਪੀ ਸਾਧ ਹੈ ਜਿਹਨੇ ਤਜਿਆ ਵਾਦ ਵਿਵਾਦ, ਛਾਂ ਦੇ ਹੇਠ ਜਿਹੜਾ ਹੈਗਾ ਉਹ ਹੈਗਾ ਭਾਈ, ਇਸ ਬੂਟੇ ਦੀ ਛਾਂ ਉਹ ਲੈਂਦਾ ਹੈ, ਉਹਨੂੰ ਇਹਦਾ ਫਾਇਦਾ ਹੁੰਦਾ ਹੈ, ਜਿਹਨੇ ਵਾਦ ਵਿਵਾਦ ਜਿਹੜਾ ਹੈਗਾ ਤਜ ਦਿੱਤਾ। ਦੁਨਿਆਵੀ ਜਿਹੜੇ ਹੈਗੇ ਵਾਦ ਵਿਵਾਦ ਤੇ ਹੋਰ ਜਿਹੜੇ ਹੈਗੇ ਇਹ ਧਾਰਮਿਕ ਰਸਤੇ ਦੇ ਉੱਤੇ ਜਿਹੜਾ ਹੈਗਾ ਖਾਲੀ ਗਿਆਨ ਦੀ ਚਰਚਾ ਜਿਹੜੀ ਹੈ ਇੱਧਰ ਉੱਧਰ ਦੀ ਜਿਹੜੀ ਹੈਗੀ ਆ, ਖਾਲੀ ਗੱਲਾਂ ਦੇ ਨਾਲ ਮੁੱਖ ਚਰਚਾ ਚੁੰਝ ਗਿਆਨ ਜਿਹੜਾ ਹੈਗਾ ਜਿਹਨੇ ਛੱਡ ਦਿੱਤਾ। ਹਾਂਜੀ ਗੋਰਕੀ ਜੀ। ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਕਹਿੰਦੇ ਜੇ ਰੋਕਿਆ ਪ੍ਰਮਾਤਮਾ ਦਾ ਨਾਮ ਰੂਪੀ ਪੌਦਾ ਜੇ ਲਾਉਣਾ ਹੈ ਤੇ ਜੇ ਅਸੀਂ ਉਹਦੇ ਨਾਲ ਅਟੈਚ ਹੋ ਗਏ ਆ, ਮੰਨ ਲਓ ਸਾਡਾ ਬ੍ਰਹਮ ਦੇ ਨਾਲ ਕੋਈ ਰਿਸ਼ਤਾ ਜੁੜ ਗਿਆ, ਕਿੱਦਾਂ ਪਤਾ ਲੱਗੂ? ਬੂਟਾ ਲੱਗ ਗਿਆ, ਫਿਰ ਬੈਰਾਗ ਆ ਜਾਊਗਾ, ਫਲ। ਵਿਰਾਗ ਕੀ? ਦੁਨੀਆ ਤੋਂ ਡਿਟੈਚ, ਅੰਦਰੋਂ ਖਿੱਚ ਨਾ ਪੈਦਾ ਹੋਣੀ। ਬਸ ਇੱਕ ਤੇ ਤੁਸੀਂ ਕੰਟਰੋਲ ਕਰ ਰਹੇ ਜੋ, ਮਨ ਚ ਕੋਈ ਫੁਰਨਾ ਪੈਦਾ ਹੋ ਗਿਆ, ਤੁਸੀਂ ਉਹਨੂੰ ਕਾਉਂਸਲਿੰਗ ਕੀਤੀ, ਉਹਨੂੰ ਸਮਝਾ ਕੇ ਰੋਕ ਲਿਆ, ਪਰ ਅੰਦਰੋਂ ਤੇ ਨਹੀਂ ਨਾ ਮੰਨਦਾ। ਤੁਸੀਂ ਉਹਨੂੰ ਸਮਝਾਤਾ ਛੱਡ ਖੜਾ ਯਾਰ ਰਹਿਣ ਦੇ, ਪਰ ਉਹ ਕਹਿੰਦੇ ਨਹੀਂ ਵਿਰਾਗ ਪੈਦਾ ਹੋਣਾ ਜ਼ਰੂਰੀ। ਇਹ ਵੀ ਨਹੀਂ ਕਹਿਣ ਦੀ ਲੋੜ ਕਿ ਛੱਡ ਖੜਾ। ਇਹ ਆਤਮਿਕ ਸਤਾ ਦੀ ਗੱਲ ਹੈ, ਇੱਕ ਦਿਨ ਤੁਹਾਡੇ ਅੰਦਰ ਪੈਦਾ ਹੋਏਗੀ ਤੇ ਫਿਰ ਤੁਸੀਂ ਉਸ ਤੁਕ ਨੂੰ ਸਮਝ ਲੈਣਾ ਕਿ ਉਹ ਵਿਰਾਗ ਕਿਉਂ ਕਹਿ ਰਹੇ ਨੇ। ਵਿਰਾਗ ਜਿਹੜਾ ਹੈ ਉਹ ਫਲ ਹੈ, ਬੂਟੇ ਨੂੰ ਲੱਗਣਾ। ਫਲ ਦਾ ਮਤਲਬ ਇਹ, ਇੱਥੇ ਫੁੱਲ ਕਿਉਂ ਲਾ ਰਹੇ, ਫਲ ਕਿਉਂ ਲਾਇਆ ਉਹਨਾਂ ਨੇ, ਬੂਟਾ ਕਿਉਂ ਨਹੀਂ ਕਹਿ ਦਿੱਤਾ? ਫਲ ਦਾ ਮਤਲਬ ਕਿ ਬੂਟਾ ਤੇ ਹੀ ਲਾ ਸਕਦੇ ਆ, ਪਰ ਫਲ ਨਹੀਂ ਲਾ ਸਕਦੇ। ਜੈਸਾ ਇਹ ਵੀ ਗੱਲ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਆ। ਔਰ ਬੈਰਾਗ ਦੇ ਬਾਅਦ ਫਿਰ ਉਹ ਨਾਮ ਪਦਾਰਥ ਅੰਮ੍ਰਿਤ ਰੂਪੀ ਫਲ ਉਹਨੂੰ ਮਿਲਣਾ ਹੈ, ਉਸ ਤੋਂ ਅੱਗੇ ਫਲ ਜਿਹੜਾ ਹੈ ਉਹ ਫਲ ਤੋਂ ਅੱਗੇ ਫਿਰ ਗਾਂ ਤੁਰਨਾ। ਤਾਂ ਇੱਥੇ ਕਹਿਣ ਤੋਂ ਭਾਵ ਕਿ ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿ ਜਦੋਂ ਤੁਸੀਂ ਧਿਆਨ ਸਿਮਰਨ ਕੀਤਾ, ਬੰਦਗੀ ਕੀਤੀ, ਭਗਤੀ ਕੀਤੀ, ਤੇ ਤੁਹਾਡੇ ਜੀਵਨ ਚ ਵਿਰਾਗ ਹੋਣਾ ਜ਼ਰੂਰੀ ਹੈ, ਲਾਜ਼ਮੀ ਹੈ। ਕਿਉਂਕਿ ਉਹਦਾ ਮਤਲਬ ਹੀ ਹੈ ਕਿ ਬੁਖਾਰ ਉਤਰ ਗਿਆ। ਵਿਰਾਗ ਦਾ ਮਤਲਬ ਇਹੋ ਹੀ ਹੈ, ਜਿਹੜੀ ਇੰਦਰੀਆਂ ਬਾਹਰ ਮੁਖੀ ਸੀ ਹੁਣ ਅੰਦਰ ਮੁਖੀ ਹੋ ਗਈਆਂ ਨੇ। ਮਨ ਜਿਹੜਾ ਬਾਹਰ ਮੁਖੀ ਭਟਕ ਰਿਹਾ ਸੀ ਆਤਮਾ ਚ ਜਾ ਕੇ ਲੀਨ ਹੋ ਗਿਆ ਤੇ ਵਿਰਾਗ ਪੈਦਾ ਹੋ ਗਿਆ। ਇੰਨਾ ਹੀ ਕੰਮ ਹੈ। ਠੀਕ ਹੈ ਜੀ, ਅਗਲੀ ਤੁਕ ਬੋਲਣ ਜਗਾ। ਛਾਇਆ ਰੂਪੀ ਸਾਧ ਹੈ, ਕਹਿੰਦੇ ਸਾਧੂ ਉਹਨੂੰ ਕਹਿੰਦੇ ਆ ਜਿਹੜਾ ਕਿ ਜਿਹਨੇ ਬੂਟਾ ਲਾਇਆ ਤੇ ਛਾਵੇਂ ਹੈਗਾ ਜਿਹੜਾ ਉਹਦੇ ਬੂਟੇ ਦੀ। ਜਿਨ ਤਜਿਆ ਵਾਦ ਵਿਵਾਦ, ਜਿਹਨੇ ਕਿ ਵਾਦ ਵਿਵਾਦ ਜਿਹੜਾ ਹੈਗਾ ਤਜ ਦਿੱਤਾ। ਔਰ ਇਹ ਬੂਟਾ ਲੱਗੂਗਾ ਜੇ ਆਪਾਂ ਜਿਹੜੇ ਹੈਗੇ ਆ ਬ੍ਰਹਮ ਗਿਆਨੀਆਂ ਕੋਲ ਬ੍ਰਹਮ ਗਿਆਨ ਮਿਲ ਜੂਗਾ ਆਪਾਂ ਨੂੰ, ਤੇ ਪਤਾ ਲੱਗੂਗਾ ਵੀ ਬੂਟਾ ਕਿਵੇਂ ਲੱਗਦਾ ਹੈ, ਧਿਆਨ ਸਿਮਰਨ ਦੇ ਬਾਰੇ ਪਤਾ ਲੱਗੇਗਾ। ਹਾਂਜੀ ਗੁਰਕੀ ਸਾਹਿਬ। ਹਾਂ ਬਿਲਕੁਲ ਜੀ, ਛਾਇਆ ਰੂਪੀ ਸਾਧ ਹੈ। ਸਾਧ ਕੌਣ ਹੈ? ਜਿਹੜਾ ਛਾਇਆ ਦੇ ਥੱਲੇ ਬਹਿ ਗਿਆ। ਜਿਹੜਾ ਮੇਰੇ ਵਰਗਾ ਭਟਕਣ ਦਿਆ ਜੇ ਧੁੱਪੇ
ਛਾਇਆ ਦਾ ਮਤਲਬ ਪਤਾ ਕੀ ਜੀ? ਆਤਮਾ। ਆਤਮਾ ਤੁਹਾਡੀ। ਮਨ ਕੀ ਹੈ? ਮਨ ਆਤਮਾ ਨੂੰ ਛੱਡ ਦਿੰਦਾ ਹੈ, ਧੁੱਪੇ ਭਟਕਦਾ ਹੈ। ਬਿਲਕੁਲ। ਧੁੱਪ ਜਿਹੜੀ ਹੈਗੀ ਉਹ ਹੈਗੀ ਤ੍ਰਿਸ਼ਨਾ, ਜਿਹੜੀ ਹੈ ਤ੍ਰਿਸ਼ਨਾ ਦੀ ਧੁੱਪ ਹੈਗੀ। ਆਪਾਂ ਨੂੰ ਦੇਖੋ ਸਵਾਦਾਂ ਦੀ, ਪਦਾਰਥਾਂ ਦੀ, ਦੁਨੀਆ ਦੇ ਜਿਹੜੇ ਹੈਗੇ ਭੋਗਾਂ ਦੀ, ਇਹ ਤ੍ਰਿਸ਼ਨਾ ਹੈਗੀ ਆ, ਇਹ ਅੱਗ ਹੈਗੀ ਆ, ਇਹਦੇ ਵਿੱਚ ਆਪਾਂ ਮੱਚ ਜਾਂਦੇ ਹਾਂ ਧੁੱਪੇ। ਹਾਂਜੀ ਵੀਰ ਜੀ। ਤੇ ਬੰਦੇ ਦਾ ਸਾਰਾ ਜੀਵਨ ਏਦਾਂ ਹੀ ਘੁੰਮਦਿਆਂ ਲੰਘ ਜਾਂਦਾ ਹੈ, ਪਦਾਰਥਾਂ ਦੇ ਭੋਗਾਂ ਨੂੰ ਭੋਗਦਾ ਰਹਿੰਦਾ ਹੈ, ਵਿਸ਼ੇ ਵਿਕਾਰਾਂ ਨੂੰ ਭੋਗਦਾ ਰਹਿੰਦਾ ਹੈ। ਉਹ ਕੀ ਹੋਇਆ? ਉਹਨੇ ਛਾਇਆ ਦਾ ਤਿਆਗ ਕਰਤਾ ਤੇ ਮਾਇਆ ਦੇ ਨਾਲ ਦੋਸਤੀ ਪਾਲੀ। ਤੇ ਫਿਰ ਉਹ ਕੀ, ਉਹ ਭਟਕਦਾ ਰਿਹਾ। ਹੁਣ ਧੁੱਪੇ ਕੋਈ ਤੇਰੇ ਸਾਡੇ ਵਰਗਾ ਤੁਰਿਆ ਫਿਰੇ ਤੇ ਆਪ ਕੀ ਕਹੋਗੇ ਵੀ ਧੁੱਪੇ ਭਟਕਦਾ ਫਿਰਦਾ ਰੇਗਿਸਤਾਨ ਦੀਆਂ ਧੁੱਪਾਂ 'ਚ। ਉੱਥੇ ਪ੍ਰਾਪਤੀ ਨਹੀਂ ਹੈਗੀ, ਉਹ ਕੇਵਲ ਮ੍ਰਿਗ ਤ੍ਰਿਸ਼ਨਾ ਹੈ, ਉਹ ਇੰਦਰੀਆਂ ਦਾ ਸੁੱਖ ਹੈ ਬਸ। ਕੋਈ ਵੀ ਚੀਜ਼ ਹੈ, ਤੁਸੀਂ ਵੇਖੋ ਨਾ, ਜਦੋਂ ਆਪਾਂ ਕਿਸੇ ਨੂੰ, ਜਦੋਂ ਕੋਈ ਸਾਡਾ ਪਿਆਰਾ ਬੜਾ ਟਾਈਮ ਬਾਅਦ ਮਿਲਦਾ ਤੇ ਕਿੱਦਾਂ ਆਪਾਂ ਘੁੱਟ ਕੇ ਜੱਫੀ ਪਾਉਂਦੇ ਹਾਂ। ਤੇ ਜੇ ਅਗਲਾ 5-10 ਸੈਕਿੰਡ ਨਾ ਛੱਡੇ ਤੇ ਨੱਜਰ ਸਾਹਿਬ ਬੰਦੇ ਨੂੰ ਟੈਨਸ਼ਨ ਵੱਧ ਜਾਂਦੀ ਹੈ। ਬਿਲਕੁਲ। ਕਿਤੇ ਨੋਟਿਸ ਕੀਤਾ ਜੀ? ਤੁਸੀਂ ਕਿਸੇ ਨੂੰ ਹੱਥ ਮਿਲਾਇਆ, ਬੜਾ ਦਿਲ ਕੀਤਾ ਹੱਥ ਮਿਲਾਉਣ ਨੂੰ, ਅਗਲੇ ਨੇ ਤੁਹਾਡਾ ਹੱਥ ਨਹੀਂ ਛੱਡਿਆ, ਕਰੋ ਗੱਲ। ਹੁਣ ਤੁਸੀਂ ਇਹ ਸੋਚਣਾ ਕਿ ਕਿਹੜਾ ਵੇਲਾ ਹੋਵੇ ਮੇਰਾ ਹੱਥ ਛੱਡ ਦੇ। ਉਦੋਂ ਤੇ ਬੜਾ ਜ਼ੋਰ ਨਾਲ ਮਿਲਾਇਆ ਸੀ, ਇੰਝ ਮਿਲਾਇਆ ਪਤਾ ਨਹੀਂ ਹੱਥ ਕੱਢਣਾ ਹੀ ਨਹੀਂ। ਜੱਫੀ ਬੰਦਾ ਏਦਾਂ ਪਾਉਂਦਾ, ਪਤਾ ਨਹੀਂ ਛੱਡਣਾ ਹੀ ਨਹੀਂ ਅਗਲੇ ਨੂੰ। ਜੇ ਅਗਲੇ ਨੇ 2 ਮਿੰਟ ਜੱਫੀ ਪਾ ਲਈ ਆ ਤੇ ਨਾਲ ਹੀ ਬੰਦੇ ਤੇ ਭਾਦੀ ਬਣ ਜਾਂਦੀ, ਛੱਡ ਕਢਾਈ ਯਾਰ ਕਿਤੇ ਕੰਮ। ਤੋ ਇੱਥੇ ਇਹ ਆਪਾਂ ਸਮਝੀਏ ਕਿ ਜਿਹੜਾ ਛਾਇਆ ਹੈ, ਉਹ ਛਾਇਆ ਹੈ ਤੁਹਾਡੀ ਆਪਣੀ, ਸਾਡਾ ਨਿੱਜ ਸਰੂਪ ਹੈ, ਸੱਚ ਚਿੱਤ ਆਨੰਦ। ਸਾਡਾ ਜੀਵਨ ਜਿਹੜਾ ਹੈ ਉਹ ਰਾਗ ਤੋਂ, ਵਿਰਾਗ ਤੋਂ, ਕਾਮ ਕ੍ਰੋਧ ਲੋਭ ਮੋਹ ਤੋਂ ਰਹਿਤ ਹੈ। ਪਰ ਅਸੀਂ ਕੀ ਕਰਦੇ ਹਾਂ? ਆਪਣੇ ਅਗਿਆਨ ਦੇ ਕਰਕੇ ਭਟਕ ਜਾਂਦੇ ਹਾਂ, ਕਿਉਂਕਿ ਇਹ ਮਾਇਆ ਹੈਗੀ ਨਾ, ਪਾਵਰਫੁਲ ਹੈਗੀ ਹੈ। ਇਸ ਕਰਕੇ ਬੰਦੇ ਨੂੰ ਗਿਆਨ ਹੀ ਨਹੀਂ ਹੁੰਦਾ ਕਿ ਮੈਂ ਉਲਝਿਆ ਪਿਆ ਵਾਂ। ਕਿਸੇ ਨੂੰ ਵੀ ਕਹੋ, ਉਹਨੂੰ ਵਿਚਾਰੇ ਨੂੰ ਥੋੜੀ ਪਤਾ ਕਿ ਮੈਂ ਉਲਝਿਆ ਵਾਂ। ਉਹ ਕਹਿੰਦਾ ਮੈਂ ਤੇ ਬਹੁਤ ਵਧੀਆ ਕੰਮ ਕਰ ਰਿਹਾ, ਆਓ ਮੇਰੇ ਨਾਲ ਰਲੋ, ਤੁਸੀਂ ਵੀ ਇਹੋ ਕੰਮ ਕਰੋ, ਆਓ ਠੱਗੀਆਂ ਮਾਰੀਏ, ਪੈਸੇ ਇਕੱਠੇ ਕਰੀਏ, ਆ ਦੇਖੋ ਕਿੰਨੇ ਢੇਰ ਲਾ ਲਏ ਮੈਂ। ਉਹਨੂੰ ਨਹੀਂ ਪਤਾ ਲੱਗਦਾ ਕਿ ਮੈਂ ਗੜਬੜ ਕਰ ਰਿਹਾ। ਉਹਨੂੰ ਕੀ ਪਤਾ ਵਿਚਾਰੇ ਨੂੰ। ਕਹਿਣ ਤੋਂ ਭਾਵ ਆ ਕਿ ਮੈਂ ਇਹ ਕਹਿ ਸਕਦਾ ਕਿ ਕਿਸ਼ਤੀ 'ਚ ਜਿਹੜੀ ਤੁਸੀਂ ਬੈਠੇ ਜੋ ਤੇ ਤੁਸੀਂ ਵਜਨ ਕਿਹੜਾ ਲੱਦ ਰਹੇ ਜੋ? ਸੋਨਿਆਂ ਦਾ, ਹੀਰਿਆਂ ਦਾ। ਪਰ ਵਜਨ ਤੇ ਵਜਨ ਹੀ ਆ। ਕਿਸ਼ਤੀ ਦੀ ਉਮਰ ਕਿੰਨੀ ਹੈ? ਇੱਕ ਦਿਨ ਡੁੱਬੇਗੀ ਉਹ। ਔਰ ਇਹ ਆਪ ਜਦ ਦੇਖੋ ਕਿ ਕੋਈ ਬੰਦਾ ਬਹੁਤਾ ਸਿਆਣਾ ਹੋਵੇ, ਬੇਸ਼ੱਕ ਉਹ ਹੀਰੇ ਵਿਚਵਾਰਾ ਤੇ ਚੁੱਕ ਕੇ ਪਾਈ ਜਾਂਦਾ ਆਪਣੀ ਕਿਸ਼ਤੀ 'ਚ, ਕੀ ਆਪ ਉਹਨੂੰ ਸਿਆਣਾ ਕਹੋਗੇ? ਆਪ ਕਹੋਗੇ ਕਿ ਮੂਰਖ ਹੈ, ਕਿਉਂਕਿ ਜਿਹੜੀ ਕਿਸ਼ਤੀ ਤੇ ਤੂੰ ਬੈਠਾ, ਇਹ ਕਿਸ਼ਤੀ ਦੇ ਵਿੱਚ ਹੀ ਤੇ ਤੂੰ ਸਫ਼ਰ ਕਰਨਾ ਹੈ। ਬਿਲਕੁਲ। ਇਹ ਮਨੁੱਖਾ ਸਰੀਰ ਹੈ, ਇਹਦੇ ਵਿੱਚ ਆਪਾਂ ਜਦੋਂ ਫਾਲਤੂ ਦਾ ਗੰਦਮੰਦ ਲੱਦੀ ਜਾਂਦੇ ਆ ਜਿਹੜਾ ਸਾਡਾ ਨਹੀਂ ਹੈ, ਤੇ ਫਿਰ ਉਹਦੇ ਨਾਲ ਪ੍ਰੋਬਲਮ ਹੁੰਦੀ ਹੈ, ਫਿਰ ਬੜੀ ਪ੍ਰੋਬਲਮ ਹੋ ਜਾਏਗੀ ਤੁਹਾਨੂੰ। ਹਾਂਜੀ ਠੀਕ ਹੈ ਜੀ। ਤੇ ਉਹ ਕਹਿੰਦੇ ਆ ਕਿ ਫਿਰ ਜਿਹੜੇ ਬੰਦੇ ਆਤਮਾ ਤੱਤ 'ਚ ਲੀਨ ਹੋ ਜਾਂਦੇ, ਉਹ ਫਿਰ ਵਾਦ ਵਿਵਾਦ 'ਚ ਪੈਂਦੇ ਨਹੀਂ। ਬਿਲਕੁਲ। ਕਿਉਂ ਨਹੀਂ ਪੈਂਦੇ? ਕਿਉਂਕਿ ਸਮਝਾਉਣਾ ਬੜਾ ਔਖਾ, ਕਾਫੀ ਔਖਾ ਹੈ, ਕਿਉਂਕਿ ਮੂਰਖਾਂ ਨੂੰ ਹੀ ਨਹੀਂ ਸਮਝਾ ਸਕਦੇ। ਕਿਉਂ ਨਹੀਂ ਸਮਝਾ ਸਕਦੇ? ਕਿਉਂਕਿ ਉਹ ਸਮਝਣਾ ਨਹੀਂ ਚਾਹੁੰਦੇ। ਇੱਕ ਤੇ ਬੰਦਾ ਅੰਡਰਸਟੈਂਡਿੰਗ ਕਰਨਾ ਚਾਹਵੇ ਨਾ, ਜਿਹਨੂੰ ਨਹੀਂ ਆਉਂਦਾ ਸਵਾਲ, ਉਹਨੂੰ ਉਹ ਪੁੱਛੇ ਵੀ ਮੇਰਾ ਸਵਾਲ ਹੱਲ ਕਰ ਦਿਓ, ਉਹ ਤੇ ਇੰਟਰਸਟਿਡ ਆ। ਬਿਲਕੁਲ। ਪਰ ਜਿਹੜਾ ਹੱਲ ਹੀ ਨਹੀਂ ਕਰਨਾ ਚਾਹੁੰਦਾ, ਉਹਨੂੰ ਕੀ ਕਰੋਗੇ ਤੁਸੀਂ? ਤੇ ਉਹਨੇ ਮੰਨਣਾ ਨਹੀਂ ਤੁਹਾਡੀ ਗੱਲ। ਹਾਂ, ਉਹਨੂੰ ਇੱਕ ਹੋਰ ਚੀਜ਼ ਹੈ ਗੋਰਖੀ ਸਾਹਿਬ, ਮੈਂ ਇੱਕ ਹੋਰ ਚੀਜ਼ ਜਿਹੜੀ ਹੈਗੀ ਅਨੁਭਵ ਕੀਤੀ ਆ ਕਿ ਮੰਨ ਲਓ ਆਪਾਂ ਜਿਹੜੇ ਹੈਗੇ ਕਿਸੇ ਨੂੰ ਜਿਹੜਾ ਹੈਗਾ ਕੋਈ ਵਾਦ ਵਿਵਾਦ ਦੇ ਵਿੱਚ ਪੈ ਰਹੇ ਹਾਂ, ਤੇ ਆਪਾਂ 2 ਪ੍ਰੋਬੇਬਿਲਿਟੀ ਲੈ ਲਓ, ਆਪਾਂ ਉਹਨੂੰ ਹਰਾ ਦਿੱਤਾ ਜਾਂ ਉਹਨੇ ਆਪਾਂ ਨੂੰ ਹਰਾ ਦਿੱਤਾ, ਤੇ ਆਪਾਂ ਨੂੰ ਮਿਲਿਆ ਕੀ ਆ? ਪਹਿਲਾਂ ਦੋਨੋਂ ਕੰਡੀਸ਼ਨ 'ਚ ਆਪਣੇ ਪੱਲੇ ਕੀ ਪਿਆ ਆ? ਆਪਾਂ ਨੇ ਗੇਨ ਕੀ ਕੀਤਾ ਹੈ? ਸਿਰਫ ਫੋਕੀ ਹਉਮੈ ਬਸ। ਗੇਨ ਤਾਂ ਕੁਛ ਵੀ ਨਹੀਂ ਹੈ ਨਾ ਵਾਦ ਵਿਵਾਦ ਦੇ ਵਿੱਚ। ਵਾਦ ਵਿਵਾਦ 'ਚ ਆਪਾਂ ਨੂੰ ਮਿਲਣਾ ਤਾਂ ਕੱਖ ਵੀ ਨਹੀਂ ਹੈ। ਔਰ ਇੱਕ ਚੀਜ਼ ਹੋਰ ਹੈਗੀ ਆ, ਜਿਹੜਾ ਬੂਟਾ ਹੈਗਾ ਨਾ ਭਾਈ, ਇਹ ਜਿਹੜਾ ਬੂਟਾ ਆਪਾਂ ਨੇ ਲਾਉਣਾ ਹੈਗਾ, ਔਰ ਲਾਵਾਂ ਜੇ ਬੂਟਾ, ਔਰ ਐਸਾ ਬੂਟਾ ਹੈਗਾ ਜਿਹੜਾ ਕਿ ਦੁਨਿਆਵੀ ਜਿਹੜੇ ਬੂਟੇ ਦੇਖ ਲਓ, ਕੋਈ ਅੰਬ ਦਾ ਬੂਟਾ, ਕੋਈ ਜਿਹੜਾ ਹੈਗਾ ਦੇਖ ਲਓ ਜਾਮਣ ਦਾ ਬੂਟਾ, ਹੋਰ ਜਿਹੜੇ ਸੰਤਰੇ ਦੇ ਸਾਰੇ, ਇਹ ਜਿਹੜਾ ਹੈ ਪਰਟੀਕੂਲਰ ਸੀਜ਼ਨ ਦੇ ਵਿੱਚ ਫਲ ਦਿੰਦੇ ਆ। ਔਰ ਇਹ ਐਸਾ ਜਿਹੜਾ ਹੈਗਾ ਨਾਮ ਰੂਪੀ ਬੂਟਾ ਜਿਹੜਾ ਹੈਗਾ, ਇਹਨੇ ਜਿਹੜਾ ਹੈਗਾ 12 ਮਹੀਨੇ ਫਲਿਆ ਹੀ ਰਹਿਣਾ ਇਹਨੇ।
ਇਹਦੇ ਫਲ ਲੱਗੇ ਹੀ ਰਹਿਣੇ ਇਹਦੇ ਉੱਤੇ। ਹਾਂਜੀ ਗੋਰਖੀ ਜੀ। ਹਾਂਜੀ ਠੀਕ ਹੈ ਜੀ। ਇੱਥੇ ਜਿਹੜਾ ਔਗਣ ਆ, ਔਗਣ ਜਿਹੜਾ ਵਾ ਉਹਨੂੰ ਕਰਨ ਦੇ ਲਈ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਆ। ਉਹਦੇ ਤੇ ਕੋਈ ਮਿਹਨਤ ਕਰਨ ਦੀ ਲੋੜ ਨਹੀਂ। ਹਾਂ, ਚੰਗਾ ਕੰਮ ਕਰਨਾ ਹੈ ਤੇ ਤੁਹਾਨੂੰ ਜ਼ੋਰ ਲਾਉਣਾ ਪਊਗਾ। ਤੁਸੀਂ ਔਗਣ 'ਚ ਜਾਣਾ ਹੈ ਤੇ ਤੁਹਾਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ। ਉਹ ਤੇ ਕੋਈ ਪ੍ਰਕਿਰਤੀ ਦੇ ਵਿੱਚ ਹੈਗੇ ਨੇ ਵਾਧੂ। ਔਰ ਇਸ ਕਰਕੇ ਬੰਦੇ ਨੂੰ, ਤੁਹਾਨੂੰ ਪਤਾ ਹੀ ਹੈ, ਬੰਦੇ ਨੂੰ ਕਹਿੰਦਾ ਛੱਡੋ ਖੜਾ ਜੀ, ਆ ਜਾਵਾਂ। ਉਦੋਂ ਜਾਂਦਾ ਹੈ ਜਦੋਂ ਉਹਨੂੰ ਪਤਾ ਕਿ ਭੜੋਲੇ 'ਚ ਆਟਾ ਮੁੱਕ ਗਿਆ, ਮਜਬੂਰ ਹੈ, ਸਾਧਨ ਕੋਈ ਨਹੀਂ ਹੋਰ, ਬਿੱਲ ਵੀ ਤਾਰਨਾ ਹੈ, ਬੱਚੇ ਦੀਆਂ ਫੀਸਾਂ ਆਈਆਂ, ਕੰਮ ਤੇ ਜਾਣਾ, ਉਹ ਫਿਰ ਕੰਮ ਤੇ ਜਾਊਗਾ। ਤੇ ਜਿੰਨਾ ਚਿਰ ਤੱਕ ਈਜੀ ਲਾਈਫ ਆ, ਬੰਦਾ ਕਹਿੰਦਾ ਵਕੇਸ਼ਨ ਕਰੋ। ਇਸੇ ਹੀ ਤਰ੍ਹਾਂ ਜੇਕਰ ਤੁਸੀਂ ਜ਼ਿੰਦਗੀ 'ਚ ਕੋਈ ਚੰਗਾ ਕਰਨਾ ਚਾਹੁੰਦੇ ਜੋ, ਤੇ ਤੁਹਾਡਾ ਜ਼ੋਰ ਲੱਗਣਾ, ਉੱਥੇ ਤੁਹਾਨੂੰ ਮਿਹਨਤ ਕਰਨੀ ਪਊਗੀ। ਹਾਂਜੀ ਨਜਰ ਸਾਹਿਬ। अगला श्लोक आ गया। कबीर ऐसा बीज बोए 12 मास फलंत। ਕਹਿੰਦੇ ਕੋਈ ਇਹੋ ਜਿਹਾ ਬੀਜ ਬੋਣਾ, ਇਹੋ ਜਿਹਾ ਬੂਟਾ ਲਗਾ ਪਿਆਰਿਆ, 12 ਮਹੀਨੇ ਫਲ ਖਾਏ ਉਹਦਾ। ਕਬੀਰ ਐਸਾ ਬੀਜ, ਤੂੰ ਤਾਂ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਦੁਨੀਆ ਦੇ ਪਦਾਰਥ ਜਿਹੜੇ ਹੈਗੇ ਉਹਦੇ ਨਾਲ ਤਾਂ ਇੱਕ ਥੋੜੇ ਦੇਰ ਬਾਅਦ ਜਿਹੜਾ ਹੈਗਾ ਤੂੰ ਫਿਰ ਭੁੱਖਾ ਦਾ ਭੁੱਖਾ ਰਹਿ ਜਾਣਾ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ। ਦੇਖੋ ਬੀਜ ਬੋਣ ਨੂੰ ਕਹਿ ਰਹੇ ਭਾਈ, ਬੂਟਾ ਲਾਉਣ ਨੂੰ ਕਹਿ ਰਹੇ ਕਬੀਰ ਜੀ। ਕਬੀਰ ਐਸਾ ਬੀਜ ਬੋਏ, ਬੀਜ ਬੋਣਾ ਹੈ ਆਪਾਂ ਨੇ। ਬੀਜ ਬੋ ਕੇ ਤਾਂ ਜਿਹੜਾ ਹੈ ਬੂਟਾ, ਮਾਲਕ ਪਰਮਾਤਮਾ ਨੇ ਮਿਹਰ ਕਰਨੀ ਆਪਣੇ ਉੱਤੇ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ। ਕਮਾਲ ਹੈ, ਦੇਖ ਇੰਨੀ ਠੰਡੀ ਛਾਂ ਔਰ ਇੰਨੇ ਗਹਿਰੇ ਫਲ ਉਹਦੇ, ਇੰਨੇ ਕੀਮਤੀ, ਇੰਨੇ ਗਹਿਰੇ, ਬੇਸ਼ਕੀਮਤੀ, ਉਹਦੀ ਕੀਮਤ ਹੀ ਨਹੀਂ ਦੇ ਸਕਦੇ ਆਪਾਂ। ਔਰ ਪੰਖੀ ਕੇਲ ਕਰੰਤ, ਦੇਖ ਲਾ ਤੇਰੇ ਗਿਆਨ ਇੰਦਰੇ, ਕਰਮ ਇੰਦਰੇ ਸਾਰੇ ਦੇ ਸਾਰੇ ਇਹ ਬਾਹਰ ਮੁਖੀ ਹੋ ਕੇ ਜਿਹੜਾ ਰੱਜਦੇ ਹੀ ਨਹੀਂ ਹੈਗੇ, ਰੱਜਦੇ ਹੀ ਨਹੀਂ। ਬਾਹਰ ਮੁਖੀ ਜਿਹੜਾ ਦਿਸ਼ਾ ਵਾਰੀ ਚਾਰ ਸਪੇਰੇ ਘੁੰਮਦੇ ਰਹਿੰਦੇ ਆ, ਰੱਜ ਆਉਂਦਾ ਨਹੀਂ ਤੈਨੂੰ, ਤੇਰੇ ਮਨ ਨੂੰ ਤਾਂ ਰੱਜ ਆਉਂਦਾ ਨਹੀਂ ਆ ਜਿਹਨੂੰ ਇਹ ਘੁਮਾਈ ਫਿਰਦੇ ਆ। ਔਰ ਦੇਖ ਲਾ ਫਿਰ ਜਿਹੜਾ ਹੈਗਾ ਇਹ ਗਿਆਨ ਇੰਦਰੇ ਵੀ ਜਿਹੜੇ ਹੈਗੇ, ਪੰਖੀ ਜਿਹੜੇ ਹੈਗੇ ਉਡਾਰੀ ਮਾਰਦੇ ਆ ਜਿਹੜੇ, ਇਹ ਵੀ ਜਿਹੜੇ ਹੈਗੇ ਉਸ ਬੂਟੇ ਦੇ ਨਾਲ, ਉਹ ਫਲ ਦੇ ਨਾਲ ਇਹ ਵੀ ਸੈਟਿਸਫਾਈ ਹੋ ਜਾਣਗੇ, ਇਹ ਵੀ ਕੇਲ ਕਰਨਗੇ, ਇਹ ਵੀ ਖੁਸ਼ਹਾਲ ਹੋ ਜਾਣਗੇ। ਤੇਰਾ ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਏ ਵਿਜੋਗ। ਹਾਂਜੀ ਗੋਰਖੀ ਸਾਹਿਬ। ਹਾਂਜੀ ਨਜਰ ਸਾਹਿਬ, ਇੱਕ ਵਾਰੀ ਦੁਬਾਰਾ ਫੇਰ ਕਰ ਦਿਓ, ਮੈਂ ਥੋੜਾ ਜਿਹਾ ਕਿਤੇ ਉਲਝ ਗਿਆ ਸੀ। ਹਾਂਜੀ। ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ। ਕਹਿੰਦੇ ਦੇਖ ਬੂਟਾ ਲਾਉਣਾ ਹੈ ਨਾ, ਇਹੋ ਜਿਹਾ ਬੀਜ ਬੋਣਾ ਪੈਣਾ ਤੈਨੂੰ। ਇਹ ਬੂਟਾ ਜਿਹੜਾ ਹੈਗਾ ਬੀਜ ਸਟਾਰਟ ਤੋਂ ਜਿਹੜਾ ਬੀਜ ਪਾਉਣਾ ਪੈਣਾ ਇਹਦੇ ਵਿੱਚ। ਭਗਤੀ ਦੇ ਨਾਲ ਇਹ ਬੀਜ ਬੂਟਾ ਜਿਹੜਾ ਹੈਗਾ ਬੀਜਿਆ ਜਾਣਾ ਹੈ। ਔਰ ਮਾਲਕ ਪਰਮਾਤਮਾ ਨੇ ਇਹਨੂੰ ਜਿਹੜਾ ਹੈਗਾ ਪੁੰਗਾਰ ਦੇਣਾ ਹੈ। ਤੇ ਫਿਰ 12 ਮਹੀਨੇ ਜਿਹੜਾ ਫਲ ਦਊਗਾ ਇਹ ਬੂਟਾ, 12 ਮਹੀਨੇ ਫਲ ਦਊਗਾ। ਔਰ ਇਹਦੀ ਛਾਂ ਵੀ ਬੜੀ ਘਣੀ ਹੈ, ਸੀਤਲ ਠੰਡੀ ਛਾਂ, ਸੀਤਲ ਛਾਇਆ ਗਹਿਰ ਫਲ, ਫਲ ਵੀ ਬੜੇ ਗਹਿਰੇ, ਬਹੁਤ ਕੀਮਤੀ ਫਲ ਹੈਗੇ ਇਹਦੇ ਭਾਈ। ਪੰਖੀ ਕੇਲ ਕਰੰਤ, ਔਰ ਤੇਰੇ ਜਿਹੜੇ ਹੈਗੇ ਗਿਆਨ ਇੰਦਰੇ, ਕਰਮ ਇੰਦਰੇ, ਦੇਖ ਤੈਨੂੰ ਕਿੱਧਰ ਦੁਨੀਆ ਦੇ ਪਦਾਰਥਾਂ ਵੱਲ ਜਿਹੜੇ ਹੈਗੇ ਝੋਗੇ ਵੱਲ ਲਿਜਾਈ ਜਾਂਦੇ ਆ, ਔਰ ਅੱਜ ਦਾ ਤੂੰ ਹੈ ਨਹੀਂਗਾ। ਇਹ ਜਿਹੜੇ ਉਹ ਬਾਹਰ ਮੁਖੀ ਉਡਾਰੀਆਂ ਮਾਰੀ ਜਾ ਰਹੇ ਆ, ਇਹ ਵੀ ਜਿਹੜੇ ਹੈਗੇ। ਔਰ ਤੈਨੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਆਪਾਂ ਨੂੰ ਗਲਤ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਇਹਨਾਂ ਦੇ ਨਾਲ ਆਪਾਂ ਨੂੰ ਲੜਨਾ ਪੈਂਦਾ। ਕਹਿੰਦੇ ਇਹ ਵੀ ਨਾਲ ਲੱਗ ਜਾਣਗੇ ਭਾਈ, ਇਹ ਵੀ ਖੁਸ਼ਹਾਲ ਹੋ ਜਾਣਗੇ ਭਾਈ, ਤੂੰ ਖੁਸ਼ਹਾਲ ਹੋ ਜਾਏਗਾ, ਇਹ ਵੀ ਖੁਸ਼ਹਾਲ ਹੋ ਜਾਣਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਬੀਰ ਸਾਹਿਬ ਕਹਿੰਦੇ ਨੇ ਕਿ ਜੇ ਕੋਈ ਜ਼ਿੰਦਗੀ 'ਚ ਕਰਨਾ ਹੈ ਤੇ ਏਦਾਂ ਦਾ ਬੀਜ ਜਿਹਨੂੰ 12 ਮਹੀਨੇ ਫਲ ਲੱਗੇ। ਹਾਂ, ਇਹ ਨਹੀਂ ਕਿ ਹੁਣੇ 2-4 ਮਿੰਟ ਸੁੱਖ ਪ੍ਰਾਪਤ ਹੋਇਆ ਫਿਰ ਉਹ ਫਿਰ ਖਤਮ ਹੋ ਗਿਆ, ਫਿਰ ਤੁਰਿਆ ਜਾ। ਤੇਰੀ ਜ਼ਿੰਦਗੀ 'ਚ ਕੋਈ ਜਿਹੜਾ ਮੇਨ ਟਾਰਗੇਟ ਆ ਉਹ ਏਦਾਂ ਦਾ ਹੋਣਾ ਚਾਹੀਦਾ ਹੈ ਕਿ ਸੱਚ ਚਿੱਤ ਆਨੰਦ ਅਖੰਡ ਵਸਤਾ ਹੋਵੇ, ਕੋਈ ਟੈਂਪਰੇਰੀ ਕੰਮ ਨਾ ਹੋਵੇ। ਤੇ ਮੋਸਟਲੀ ਤੁਸੀਂ ਵੇਖੋ ਤੁਹਾਡੇ ਜੀਵਨ ਦਾ ਮੋਸਟਲੀ ਜਿਹੜਾ ਆਪਾਂ ਇੰਜੋਏ ਕਰਦੇ ਆ ਉਹ ਟੈਂਪਰੇਰੀ ਆ, ਪਰਮਾਨੈਂਟ ਨਹੀਂ ਹੈਗਾ। ਹੁਣ ਇਹ ਤੁਹਾਨੂੰ ਚੰਗਾ ਲੱਗੂਗਾ, ਬਾਰ-ਬਾਰ ਤੁਸੀਂ 2-4 ਦਿਨ ਕੀਤਾ, ਮੁੜ ਕੇ ਤੁਹਾਡਾ ਮਨ ਉੱਭ ਜਾਣਾ, ਫਿਰ ਤੂੰ ਛੱਡ ਕੇ ਫਿਰ ਗਾਂ ਤੁਰ ਪੋਗੇ, ਫਿਰ ਗਾਂ ਤੁਰ ਪੋਗੇ। ਸਾਰੀ ਜ਼ਿੰਦਗੀ ਬੰਦਾ ਏਦਾਂ ਤੁਰਿਆ ਫਿਰਦਾ। ਪਰ ਉਹ ਕਹਿੰਦੇ ਕਿ ਏਦਾਂ ਦਾ ਰੁੱਖ ਲਾ ਲਾ ਕਿ ਤੇਰਾ ਫਿਰ
ਮਤਲਬ ਜਿਹੜਾ ਵਾ ਤੇਰਾ ਮਨ ਆ ਉਸ ਤੋਂ ਭੱਜੇ। ਉਹ ਹੈ ਤੁਹਾਡੀ ਆਤਮਾ। ਉਹ ਮਾਤਮਾ ਦੇ ਵਿੱਚ ਜਦੋਂ ਸੁਰਤੀ ਪਹੁੰਚ ਜਾਂਦੀ ਹੈ ਤੇ ਉਹ ਸਮਝ ਲਓ ਕਿ ਐਸਾ ਇੱਕ ਮਤਲਬ ਸਿਸਟਮ ਹੈ ਉੱਥੇ, ਤੁਸੀਂ ਥੱਕੋਗੇ ਨਹੀਂ। ਫਿਰ ਇੱਕ ਸਮਾਂ ਆਉਣਾ ਉਸੇ ਸਮਾਧੀ ਨੇ ਫਿਰ ਸਹਿਜ ਅਵਸਥਾ 'ਚ ਤਬਦੀਲ ਹੋ ਜਾਣਾ, ਔਰ ਉਹਦਾ ਕੋਈ ਸੀਜ਼ਨ ਨਹੀਂ ਹੈਗਾ। ਉਹ ਅਵਸਥਾ ਟੁੱਟਦੀ ਨਹੀਂ ਮੁੜ ਕੇ, ਨਾ ਆਉਂਦੀ ਹੈ ਤੇ ਨਾ ਜਾਂਦੀ ਹੈ। ਉਹ ਤੁਸੀਂ ਬ੍ਰਹਮ ਦਾ ਹੀ ਰੂਪ ਹੋ ਜਾਂਦੇ ਜੇ। ਫਿਰ ਕੋਈ ਉਹਦੇ 'ਚ ਮਤਲਬ ਗੜਬੜ ਨਹੀਂ ਹੋ ਸਕਦੀ। ਉਸ ਅਵਸਥਾ ਦਾ ਆਨੰਦ ਨਾ ਵੱਧਦਾ ਹੈ ਨਾ ਘਟਦਾ ਹੈ, ਇੱਕ ਸਾਰ ਬਣਿਆ ਹੀ ਰਹਿੰਦਾ। ਉਹ ਬੂਟਾ ਜਿਹੜਾ ਵਾ ਉਹ ਲਾਉਣ ਵਾਸਤੇ ਕਹਿੰਦੇ ਨੇ ਕਬੀਰ ਸਾਹਿਬ ਸਾਨੂੰ। ਹਾਂਜੀ ਨਜਰ ਸਾਹਿਬ। ਹਾਂਜੀ ਬਿਲਕੁਲ ਸਹੀ ਹੈ ਜੀ। ਅੱਗੇ ਹੁਣ ਜਿਹੜਾ ਆ ਗਿਆ, ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਕਹਿੰਦੇ ਇਹ ਮਾਲਕ ਪਰਮਾਤਮਾ ਨੇ ਜਿਹਨੇ ਸ੍ਰਿਸ਼ਟੀ ਰਚੀ ਹੋਈ ਆ, ਉਸ ਦਾਤੇ ਨੇ ਇਸ ਤਰੀਕੇ ਦੀ ਗੇਮ ਬਣਾਈ ਹੋਈ ਆ ਭਾਈ। ਉਹਨੇ ਜਿਹੜੇ ਹੈਗੇ ਆ ਬ੍ਰਹਮ ਗਿਆਨੀ ਗੁਰੂ ਜਿਹੜੇ ਹੈਗੇ ਉਹ ਉਪਕਾਰ ਕਰਦੇ ਆ ਜੀਵਾਂ ਦੇ ਉੱਤੇ। ਉਹ ਇਹ ਬੂਟਾ ਲਾਉਣ ਦੀ ਜਾਚ ਸਿਖਾਉਂਦੇ ਆ। ਦਾਤਾ ਤਰਵਰ ਕਹਿੰਦੇ ਆ ਦਰਖਤ, ਦਇਆ ਦੇ ਨਾਲ ਉਹ ਫਲ ਪ੍ਰਾਪਤ ਹੁੰਦੇ ਆ। ਉਪਕਾਰੀ ਜੀਵੰਤ, ਜੀਵਾਂ ਤੇ ਉਪਕਾਰ ਕਰਨ ਵਾਸਤੇ ਜਿਹੜੇ ਹੈਗੇ ਉਹ ਤਾਂ ਐਸੇ ਹੈਗੇ ਕਿ ਉਹਨਾਂ ਨੂੰ ਹਮੇਸ਼ਾ ਹੀ ਫਲ ਲੱਗੇ ਹੋਏ ਆ ਪਾਏ। ਉਹ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਜਿਨ੍ਹਾਂ ਦਾ ਜਿਸ ਤਰ੍ਹਾਂ ਆਪਾਂ ਗਿਆਨ ਲੈ ਰਹੇ ਹਾਂ ਆਪਾਂ ਕਬੀਰ ਜੀ ਦਾ, ਇਹ ਤਾਂ ਸੁਫਲ ਫਲ ਆ, ਹਮੇਸ਼ਾ ਹੀ ਜਿਹੜਾ ਫਲਦਾਇਕ ਹੈ। ਇਹਨਾਂ ਦੇ ਜਿਹੜਾ ਮਰਜ਼ੀ ਜਿਹੜਾ ਇਹਨਾਂ ਤੋਂ ਗਿਆਨ ਲੈ ਲੈ। ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ। ਕਹਿੰਦੇ ਪਰ ਜਿਹੜੇ ਹੈਗੇ ਦੁਨੀਆ ਜਿਹੜੀ ਹੈਗੀ ਆ ਉਹ ਬਸ ਜਿਹੜੇ ਹੈਗੇ ਬਾਹਰ ਚੋਗੇ ਵੱਲ ਨੂੰ ਜਿਹੜੀ ਹੈਗੀ ਭੱਜਦੀ ਆ, ਜਿਵੇਂ ਮੱਛੀ ਜਿਹੜੀ ਹੈਗੀ ਚੋਗੇ ਵੱਲ ਨੂੰ ਜਾਂਦੀ ਹੈ। ਪੰਖੀ ਚੱਲੇ ਦਿਸਾਵਰੀ, ਦਿਸ਼ਾ ਮਤਲਬ ਚਾਰੋਂ ਪਾਸੇ ਘੁੰਮਦੇ ਆ ਇਨਸਾਨ। ਪੰਖੀ ਜਿਹੜੇ ਹੈਗੇ ਬਾਹਰ ਜਿਹੜੇ ਪਦਾਰਥਾਂ ਦੇ ਵਾਸਤੇ। ਬਿਰਖਾ ਸੁਫਲ ਫਲੰਤ, ਉਹ ਬਿਰਖ ਜਿਹੜਾ ਹੈਗਾ ਜਿਨ੍ਹਾਂ ਦੇ ਅੰਦਰ ਬੂਟਾ ਲੱਗਿਆ ਆ ਉਹ ਫਲਦਾਇਕ ਜਿਹੜੇ ਹੈਗੇ ਉਹਦੇ ਫਲ ਖਾਂਦੇ ਆ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ, ਉਹਦੀ ਦਇਆ ਨਾਲ ਬੂਟਾ ਲੱਗਣਾ ਹੈ ਭਾਈ, ਮਾਲਕ ਦੀ ਦਇਆ ਦੇ ਨਾਲ। ਹਾਂਜੀ ਹਾਂ। ਤੇ ਜਦੋਂ ਫਿਰ ਉਹ ਬੂਟਾ ਲੱਗਦਾ ਤੇ ਫੇਰ ਕੀ ਹੁੰਦਾ? ਫਿਰ ਉਹ ਸੰਸਾਰ ਤੇ ਉਪਕਾਰੀ ਕਰਦੇ। ਬਿਲਕੁਲ ਉਪਕਾਰ ਕਰਦੇ ਆ ਜੀ, ਬਿਲਕੁਲ। ਉਹਨਾਂ ਦਾ ਕੀ ਉਹਨਾਂ ਨੂੰ ਕੀ ਫਾਇਦਾ ਕਬੀਰ ਆਪਣੇ ਗੁਰਕੀ ਸਾਹਿਬ, ਕੀ ਫਾਇਦਾ ਦੱਸੋ? ਉਹਨਾਂ ਦਾ ਜੀਵਨ ਕੋਈ ਫਾਇਦੇ ਲਈ ਥੋੜੀ ਬੈਠਾ ਕਿ ਉੱਥੇ ਕਮਾਈਆਂ ਕਰਨ ਵਾਸਤੇ। ਜੀਵਨ ਹੀ ਇੱਕ ਉਹ ਜੀਵਨ ਏਦਾਂ ਦੀ ਵਿਧੀ ਆ, ਉਹਦੇ ਵਿੱਚ ਆਪ ਤਰੇ, ਆਪ ਵੀ ਤਰਦੇ ਆ, ਸੰਸਾਰ ਨੂੰ ਵੀ ਤਾਰਦੇ ਆ। ਹਾਂ ਬਿਲਕੁਲ। ਉਹ ਆਉਂਦਾ ਨਾ ਅਵਰ ਜਿਹੜਾ ਹੈਗਾ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਉਹ ਫਿਰ ਦੂਜੇ ਨੂੰ ਵੀ ਜਪਾਉਂਦੇ ਕਿਉਂਕਿ ਉਹਨਾਂ ਨੂੰ ਤੇ ਉਹ ਮਿਲ ਗਿਆ। ਹਾਂ। ਜਦੋਂ ਮਿਲ ਜਾਂਦਾ ਹੈ ਤੇ ਫਿਰ ਉਹ ਉਹਨਾਂ ਦਾ ਜਿਹੜਾ ਪ੍ਰਚਾਰ ਕਰਨਾ ਹੈ। ਦੇਖੋ ਹੁਣ ਬ੍ਰਹਮ ਗਿਆਨੀ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ ਉਹ ਕਰਨ ਕੀ ਦੇ ਨੇ? ਉਹੀ ਤੇ ਕੰਮ ਕਰਦੇ ਨੇ। ਆਪਣਾ ਜੀਵਨ ਵੀ ਸਫਲ ਕੀਤਾ ਹੈ ਤੇ ਸਾਨੂੰ ਵੀ ਲਿਖ ਕੇ ਦੇ ਗਏ ਨੇ, ਪੜ੍ਹ ਕੇ ਤੇ ਅਸੀਂ ਵੀ ਉੱਥੋਂ ਫਾਇਦਾ ਉਠਾਈਏ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਗੱਲ ਆ। ਬਿਲਕੁਲ ਆਪਣੇ ਜਿਹੜੇ ਪੰਖੀਆਂ ਨੂੰ ਜਿਹੜਾ ਦਿਸਾਵਰੀ ਭੱਜ ਰਹੇ ਆ ਇਹਨਾਂ ਨੂੰ ਇਹਨਾਂ ਤੇ ਵਾਚ ਰੱਖੀ ਹੈ, ਬਸ ਇੰਨੀ ਕੀ ਗੱਲ ਆ। ਹਾਂ ਠੀਕ ਹੈ ਜੀ। ਅੱਗੇ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਵੇ ਲਿਲਾਟ। ਕਹਿੰਦੇ ਭਾਈ ਇਹ ਗੁਰੂ ਬ੍ਰਹਮ ਗਿਆਨੀ ਜਿਹੜੇ ਹੈਗੇ ਇਹਨਾਂ ਦਾ ਮਿਲਣਾ ਵੀ ਜਿਹੜਾ ਹੈਗੇ ਬੜੇ ਭਾਗਾਂ ਵਾਲੀ ਗੱਲ ਆ ਭਾਈ। ਜੇ ਕਿਤੇ ਪਿਛਲੇ ਆਪਾਂ ਨੇ ਜਿਹੜਾ ਹੈਗਾ ਇਹਦੀ ਪ੍ਰਾਪਤੀ ਵਾਸਤੇ ਮਾਲਕ ਪਰਮਾਤਮਾ ਦੇ ਕੋਲ ਫਰਿਆਦ ਕੀਤੀ ਹੋਏ, ਮਾਲਕ ਨੂੰ ਸੈਟੀਸਫਾਈ ਕੀਤਾ ਹੋਵੇ, ਮਾਲਕਾ ਮੈਂ ਜਿਹੜਾ ਹੈਗਾ ਭਗਤੀ ਕਰਨਾ ਚਾਹੁੰਦਾ ਹੈ, ਮੈਂ ਜਿਹੜਾ ਹੈਗਾ ਲਿਵ ਵਾਲੇ ਰਸਤੇ 'ਤੇ ਤੁਰਨਾ ਚਾਹੁੰਦਾ ਹੈ, ਮੈਂ ਤੇਰੇ ਵੱਲ ਨੂੰ ਮੈਂ ਤੇਰੀ ਗੋਦੀ 'ਚ ਆਉਣਾ ਚਾਹੁੰਦਾ ਹੈ। ਜੇ ਹੈ ਇਸ ਤਰ੍ਹਾਂ ਦੀ ਕੋਈ ਡਿਮਾਂਡ ਹੈਗੀ ਆਪਣੀ, ਲਿਖਿਆ ਹੋਇਆ ਹੈ ਜਿਹਾ, ਤੇ ਸਾਧੂ ਦਾ ਸੰਗਤ ਮਾਲਕ ਨੇ ਦੇ ਦੇਣੀ ਹੈ। ਸੰਗਤ ਸਹੀ ਗਾਈਡ ਮਿਲਾ ਦੇਣਾ ਹੈ ਮਾਲਕ ਨੇ। ਮੁਕਤ ਪਦਾਰਥ ਪਾਈਏ ਠਾਕ ਨਾ ਅਵਗਟ ਘਾਟ। ਕਹਿੰਦੇ ਫਿਰ ਉਹ ਮੁਕਤ ਪਦਾਰਥ ਨਾਮ ਪਦਾਰਥ ਵੀ ਮਿਲ ਜਾਏਗਾ ਭਾਈ। ਮੁਕਤ ਹੋ ਜਾਏਗਾ ਸੰਸਾਰ ਸਮੁੰਦਰ ਤੋਂ, ਪ੍ਰਕਿਰਤੀ ਦੀ ਕੈਦ 'ਚੋਂ। ਔਰ ਇਹ ਜਿਹੜੀ ਅਵਗਟ ਘਾਟੀ ਜਿਹੜੀ ਹੈਗੀ, ਉੱਪਰ ਨੂੰ ਚੜ੍ਹਨ ਵਾਲੀ ਘਾਟੀ ਹੈਗੀ, ਜਿਹੜੀ ਬਹੁਤ ਹੀ ਜਿਹੜੀ ਔਖੀ ਘਾਟੀ ਹੈਗੀ ਆ। ਅਵਗਟ ਘਾਟ ਜਿਹੜਾ ਹੈਗਾ ਦਰਿਆ ਦਾ, ਸੰਸਾਰ ਸਮੁੰਦਰ ਦਾ ਘਾਟ ਹੈਗਾ ਜਿਹੜਾ,
ਕਹਿੰਦੇ ਇਹਦੇ ਵਿੱਚ ਡੁੱਬੇਗਾ ਨਹੀਂ ਭਾਈ, ਪਾਰ ਕਰ ਜਾਏਗਾ। ਫਿਰ ਤੈਨੂੰ ਕੋਈ ਠਾਕੇਗਾ ਨਹੀਂ, ਕੋਈ ਰੋਕੇਗਾ ਨਹੀਂ। ਇਸ ਪਾਰ ਹੋਣ ਚੋਂ ਤੈਨੂੰ ਕਾਮ ਕ੍ਰੋਧ ਲੋਭ ਮੋਹੰਕਾਰ, ਇਹ ਸਵਾਦ ਚੋਗਾ ਜੋ ਖਿਲਾਰਿਆ ਪਿਆ ਆ, ਇਹ ਤੈਨੂੰ ਜਿਹੜਾ ਹੈਗਾ ਰੁਕਾਵਟ ਨਹੀਂ ਪਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜਦੋਂ ਕਹਿੰਦੇ ਆ ਕਿ ਫਿਰ ਤੁਸੀਂ ਚੱਲੋਗੇ ਤੇ ਫਿਰ ਕੀ ਹੋਊਗਾ? ਕਹਿੰਦੇ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ। ਗਾਈਡ ਤਾਂ ਮਿਲਦਾ ਹੈ ਭਾਈ ਜੇ ਕੁਛ ਆਪਣੀ ਡਿਮਾਂਡ ਹੋਏ ਤੇ। ਕਹਿੰਦੇ ਸੰਗਤ ਵੀ ਐਵੇਂ ਨਹੀਂ ਮਿਲਦੀ। ਜੋ ਦੱਸਿਆ ਨਾ ਤੁਹਾਨੂੰ, ਯੋਗਤਾ ਤੋਂ ਬਿਨਾਂ ਤੁਸੀਂ ਸਕੂਲ 'ਚ ਐਡਮਿਸ਼ਨ ਨਹੀਂ ਲੈ ਸਕਦੇ। ਬਿਲਕੁਲ। ਜੇਕਰ ਤੁਸੀਂ ਤੇ ਬੈਠੇ ਜੋ ਤੇ ਪਿੱਛੇ ਕਾਰਨ ਆ, ਤੇ ਜੇ ਤੁਸੀਂ ਨਹੀਂ ਕਿਸੇ ਕਾਰਨ ਤੋਂ ਬੈਠੇ, ਫਿਰ ਵੇਖੋ ਜਿਹੜੇ ਬੱਚੇ ਨੇ ਐਡਮਿਸ਼ਨ ਨਹੀਂ ਲਈ ਤੇ ਉਹ ਸਕੂਲੇ ਚਲਾ ਵੀ ਜਾਵੇ। ਤੇ ਨਿੱਜਰ ਸਾਹਿਬ, ਹਾਂ ਤੁਹਾਡਾ ਮਾਈਕ ਜਿਹੜਾ ਖੜਖੜ ਕਰਨ ਲੱਗ ਗਿਆ ਜੀ। ਮੇਰਾ ਨਹੀਂ, ਕੋਈ ਹੋਰ ਜੀ। ਅੱਛਾ ਮੈਂ ਬੰਦ ਕਰ ਦੇਣਾ ਜੀ, ਜੇ ਮੈਂ ਫਿਰ ਤਾਂ ਮੈਂ ਹੀ ਕਰ ਦੇਣਾ। ਸੁਖਿੰਦਰ ਜੀ ਕਰ ਦਿਆ ਕਰੋ ਪਲੀਜ਼, ਦੇਖਿਓ ਕੌਣ ਹੈ। ਤੇ ਮੇਰੀ ਤਾਂ ਨਜ਼ਰ ਕਮਜ਼ੋਰ ਹੈ, ਹੌਲੀ ਹੌਲੀ ਦੇਖਣਾ ਪੈਣਾ, ਮੈਂ ਕਿੱਥੇ ਲੱਭੂਗਾ ਉਹਨੂੰ। ਨਹੀਂ, ਹਾਂ ਨਰਿੰਦਰ ਪਾਲ ਦਾ ਹੋਇਆ, ਮੈਨੂੰ ਲੱਗਦਾ ਇਹਨਾਂ ਦੇ ਕਰਤਾ ਬੰਦ ਹੁਣ। ਹਾਂਜੀ ਹਾਂਜੀ ਠੀਕ ਹੈ। ਤੇ ਐਡਮਿਸ਼ਨ ਤੋਂ ਬਿਨਾਂ ਜੇਕਰ ਤੁਸੀਂ ਸਕੂਲੇ ਚਲੇ ਵੀ ਜਾਂਦੇ ਜੋ ਤੇ ਕੀ ਫਾਇਦਾ? ਉਹ ਹਿਸਾਬ ਹੈ। ਫਿਰ ਉੱਥੇ ਬੱਚਾ ਪੜ੍ਹੀ ਵੀ ਜਾਂਦਾ ਤੇ ਅਸਕਰ ਤੇ ਉਹਨੂੰ ਕਾਗਜ਼ ਵੀ ਤੇ ਮਿਲਣਾ ਚਾਹੀਦਾ ਨਾ ਉੱਥੇ। ਉਹਦੀ ਗਿਆਨ ਹੀ ਨਹੀਂ ਲੈਣਾ, ਉਹਨੇ ਗਿਆਨ ਲੈਣਾ ਹੀ ਨਹੀਂ ਹੈ। ਬਸ ਉਹਨੇ ਤਾਂ ਸੁਣਨਾ ਹੀ ਨਹੀਂ ਹੈ। ਪਹਿਲੀ ਗੱਲ ਤਾਂ ਜੇ ਸੁਣ ਵੀ ਲਿਆ ਤੇ ਇੱਕ ਕੰਨ ਤੋਂ ਸੁਣਿਆ ਦੂਜੇ ਤੋਂ ਕੱਢ ਦੇਣਾ ਉਹਨੇ, ਉਹ ਤੇ ਅਸਰ ਨਹੀਂ ਹੋਣਾ। ਠੀਕ ਹੈ ਜੀ। ਤੇ ਇਹ ਕਹਿੰਦੇ ਆ ਕਿ ਜੇ ਤੁਹਾਡੇ ਜੀਵਨ 'ਚ ਜੇ ਤੁਹਾਨੂੰ ਸੰਗਤ ਵੀ ਮਿਲ ਰਹੀ ਹੈ ਤੇ ਸਮਝ ਲਓ ਕਿ ਤੁਹਾਡੇ ਪੱਲੇ ਕੁਝ ਹੈਗਾ। ਐਵੇਂ ਨਹੀਂ ਮਿਲਦੀ, ਕਿਉਂਕਿ ਸੰਗਤ ਜਿਹੜੀ ਹੈ ਨਾ, ਦੇਖੋ ਸੰਗਤ ਵੀ ਚੰਗੀ ਸੰਗਤ ਬਹੁਤ ਮੁਸ਼ਕਲ ਹੈ। ਤਿੰਨ ਚੀਜ਼ਾਂ ਸੰਸਾਰ ਤੇ ਬਹੁਤ ਕੀਮਤੀ ਨੇ। ਪਹਿਲੀ ਚੀਜ਼ ਮਨੁੱਖਾ ਸਰੀਰ, ਦੂਸਰੀ ਚੀਜ਼ ਇੱਛਾ, ਮਨ ਦੇ ਵਿੱਚ ਇੱਛਾ ਪੈਦਾ ਹੋ ਜਾਏ ਕਿ ਪਰਮਾਤਮਾ ਨੂੰ ਮਿਲਣਾ ਹੈ। ਨੰਬਰ 3 ਸੰਗਤ। ਹਾਂ ਸੰਗਤ। ਉਹ ਸੰਗਤ ਜਿਹੜੀ ਹੈ ਗੋਰਖੀ ਸਾਹਿਬ, ਸੰਗਤ ਕਿਤੇ ਨਾ 1 ਮਿੰਟ ਦੀ ਵੀ, ਅੱਧੇ ਘੜੀ ਦੀ, ਇੰਨਾ ਅੱਗੇ ਸ਼ਲੋਕ 'ਚ ਆਏਗਾ ਬਈ ਮਾੜੀ ਜੀ ਵੀ ਸੰਗਤ ਮਿਲ ਜਾਏ ਨਾ, ਬਸ ਕਹਿੰਦੇ ਲਾਭ ਹੀ ਲਾਭ ਆ ਪਿਆਰਿਆ, ਉੱਥੇ ਤੈਨੂੰ ਫਾਇਦਾ ਹੀ ਹੋਣਾ ਹੈ ਬਸ। ਹਾਂਜੀ ਹਾਂ, ਉੱਥੇ ਫਿਰ ਕੀ ਹੋਊਗਾ? ਚੰਗੀ ਸੰਗਤ 'ਚ ਮਾੜੀ ਸੰਗਤ 'ਚ ਕੀ ਫਰਕ ਹੈਗਾ? ਉਹਦਾ ਵੀ ਇੱਕ ਪੈਮਾਨਾ ਹੈ। ਉਹਦਾ ਇੱਕ ਬਹੁਤ ਸਿੰਪਲ ਜਿਹਾ ਪੈਮਾਨਾ ਹੈ। ਜਿੱਦਾਂ ਤੁਸੀਂ ਅਸਲੀ ਦਵਾਈ ਖਾਓਗੇ ਨਾ ਤੇ ਉਹ ਬਿਮਾਰੀ ਨੂੰ ਬਾਹਰ ਕੱਢਦੀ ਆ, ਤੇ ਅਸਲੀ ਸੰਗਤ ਦੇ ਵਿੱਚ ਜੇ ਤੁਸੀਂ ਗਏ ਤੇ ਫਿਰ ਔਗਣ ਤੁਹਾਡੇ ਜੋ ਬਾਹਰ ਆਉਣਗੇ। ਪਹਿਲਾਂ ਤਾਂ ਉਹਨਾਂ ਨੇ ਜਿਹੜਾ ਹੈ ਨਾ ਗੋਰਖੀ ਸਾਹਿਬ, ਜਿਹੜੀਆਂ ਦਵਾਈਆਂ ਇੱਧਰ ਉੱਧਰ ਦੀਆਂ ਆਪਾਂ ਖਾ ਰਹੇ ਹਾਂ ਉਹ ਸਾਰੀਆਂ ਕਹਿਣਾ ਉੱਤੇ ਉਹ ਡਸਟਬਿਨ 'ਚ ਪਾ ਸਾਰੀਆਂ ਜਾ ਕੇ। ਪਰ ਕਈ ਦਿਨ ਨੂੰ ਛੱਡਣ ਨੂੰ ਤਿਆਰੀ ਨਹੀਂ ਹੋ ਜਾਏ। ਜਿੰਨਾ ਕੋਈ ਪਤਾ ਤਾਂ ਨਹੀਂ ਹੁੰਦੀ, ਉਹ ਫਿਰ ਕਹਿੰਦੇ ਨਹੀਂ ਜੀ ਇਹ ਦਵਾਈਆਂ ਬੜੀਆਂ ਪੁਰਾਣੀਆਂ, ਮੈਂ 20 ਸਾਲ ਤੋਂ ਖਾ ਰਿਹਾ, ਮੈਂ 40 ਸਾਲ ਤੋਂ ਖਾ ਰਿਹਾ। ਤੇ ਉਹ ਕਹਿੰਦੇ ਭਾਈ ਤੂੰ ਖਾ ਤੇ ਰਿਹਾ ਪਰ ਤੇਰਾ ਰੋਗ ਤੇ ਘਟਦਾ ਨਹੀਂ ਪਿਆ। ਹਾਂ, ਇੱਥੇ ਕਿਉਂ ਆਇਆ ਫਿਰ? ਹਾਂ, ਜੇ ਤਾਂ ਰੋਗ ਘਟ ਗਿਆ ਤੇ ਫਿਰ ਤੇ ਘਰੇ ਬਹਿ ਜਾ। ਤੇ ਰੋਗ ਕਹਿੰਦੇ ਕਿਹੜੇ ਨੇ? ਉਹ ਕਹਿੰਦੇ ਰੋਗ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਠੀਕ ਹੈ ਜੀ, ਅੱਗੇ ਚੱਲੀਏ ਨਜਰ ਸਾਹਿਬ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਕਬੀਰ ਜੀ ਤਾਂ ਸਲੂਟ ਕਰਨ ਨੂੰ ਜੀ ਕਰ ਰਿਹਾ, ਮੇਰਾ ਤਾਂ ਚਰਨ ਫੜਨ ਨੂੰ ਜੀ ਕਰ ਰਿਹਾ। ਕਬੀਰ ਏਕ ਘੜੀ ਆਦੀ ਖਰੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕਹਿੰਦੇ ਬਸ ਇੱਕ ਘੜੀ ਭਾਈ ਮਿਲ ਜਾਏ, ਅੱਧੀ ਘੜੀ ਮਿਲ ਜਾਏ, ਅੱਧੀ ਤੋਂ ਵੀ ਅੱਧੀ ਮਿਲ ਜਾਏ। ਇੱਕ ਘੜੀ ਹੁੰਦੀ ਹੈ ਜਿਹੜੀ ਹੈਗੀ ਦੇਖ ਲਓ 24 ਮਿੰਟ ਦੀ ਹੁੰਦੀ ਆ। ਜਿਹੜੀਆਂ ਹੈਗੀਆਂ ਪੈਰ ਜਿਹੜੇ ਹੁੰਦੇ ਆ, 4 ਪੈਰ ਦਿਨ ਹੁੰਦਾ, 4 ਪੈਰ ਰਾਤ ਹੁੰਦੀ, 8 ਪੈਰ ਹੁੰਦੇ ਆ। ਤੇ ਇੱਕ ਪੈਰ ਦੇ ਵਿੱਚ 8 ਘੜੀਆਂ ਹੁੰਦੀਆਂ। 4 ਪੈਰ ਮਤਲਬ 3 ਘੰਟੇ ਦਾ ਇੱਕ ਪੈਰ ਹੋ ਗਿਆ। ਤੇ ਕਹਿੰਦੇ ਇੱਕ ਘੜੀ ਮਿਲ ਜਾਏ ਕਿਤੇ ਭਗਤਾਂ ਦੇ ਨਾਲ, ਸੰਗਤ ਜਿਹੜੀ ਹੈਗੀ ਚੰਗੀ ਸੰਗਤ, ਅੱਧੀ ਘੜੀ ਮਿਲ ਜਾਏ 12 ਮਿੰਟ, ਅੱਧੀ ਤੋਂ ਵੀ ਅੱਧੀ ਮਿਲ ਜਾਏ 6 ਮਿੰਟ ਹੀ ਮਿਲ ਜਾਏ, ਚੱਲ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸਲਾਬ। ਜਿੰਨੀ ਵੀ ਦੇਰ ਤੋਂ ਟਾਈਮ ਸਪੈਂਡ ਕੀਤਾ ਹੈ ਭਗਤਾਂ ਦੇ ਨਾਲ, ਜਿਹੜਾ ਹੈ ਉਹਨਾਂ ਦੇ ਮੱਤ ਲਈ ਆ, ਵਿਚਾਰ ਵਟਾਂਦਰਾ, ਆਪਣੇ ਪ੍ਰੋਬਲਮ ਦੱਸੀ ਆ, ਤੈਨੂੰ ਲਾਭ ਹੀ ਲਾਭ ਆ ਪਿਆਰਿਆ। ਇੱਥੇ ਤੈਨੂੰ ਜਿਹੜਾ ਹੈਗਾ ਇੱਥੇ ਬਹੁਤ ਤੇਰਾ ਸਭ ਤੋਂ ਵਧੀਆ ਸਮਾਂ ਉਹੀ ਹੈਗਾ। ਹਾਂਜੀ ਵੀਰ ਜੀ, ਵੇਖ ਲਓ ਫਿਰ ਕਹਿੰਦੇ ਕਿ ਕਿੰਨੀ ਸੰਗਤ ਕਰਨੀ ਆ। ਉਹ ਕਹਿੰਦੇ ਕਿ ਇੱਕ ਘੱਲੀ ਮਿਲ ਜੇ ਤੇ ਬੜੀ ਵੱਡੀ ਗੱਲ ਹੈ, ਜੇ ਇੱਕ ਨਹੀਂ ਮਿਲਦੀ ਅੱਧੀ ਮਿਲ ਜੇ ਤੇ ਬੜੀ ਵੱਡੀ ਗੱਲ ਆ।
ਜੇ ਅੱਧੀ ਚੋਂ ਅੱਧੀ ਵੀ ਮਿਲ ਗਈ ਹੈ ਤੇ ਬਹੁਤ ਵੱਡੀ ਗੱਲ ਹੈ। ਹਾਂ, ਕਿਉਂ? ਭਗਤਨ ਛੇਤੀ ਗੋਸ਼ਟੀ ਜੋ ਕੀਨੇ ਸੋਲਾ। ਤੂੰ ਭਾਵੇਂ 1 ਮਿੰਟ ਵੀ ਆ ਗਿਆ ਸੰਗਤ ਚ, ਉਹਦਾ ਲਾਭ ਹੀ ਆ, ਕਿਉਂਕਿ ਤੇਰੇ ਅੰਦਰ ਚੱਲ ਗਏ ਸ਼ਬਦ ਉਹਨਾਂ ਦੇ। ਬਿਲਕੁਲ, ਤੁਹਾਡੇ ਸ਼ਬਦ ਤੇਰੇ ਅੰਦਰ ਚੱਲ ਗਏ, ਉਹਨਾਂ ਨੇ ਗੂੰਜ ਪਾਉਣੀ ਆ ਪੂਰੀ। ਹੁਣ ਕਮਲ ਆਇਆ ਸੀ ਮੇਰੇ ਕੋਲ ਤੇ ਕਹਿੰਦੇ ਸੀ ਪਾਪਾ ਕੱਲ ਮੇਰਾ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ। ਮੈਂ ਇਹਨੂੰ ਨਹੀਂ ਕਿਹਾ ਕਿ ਤੂੰ ਜਾਣਾ ਜਾਂ ਨਹੀਂ ਜਾਣਾ। ਮੈਂ ਪੁੱਤ ਕੱਲ ਤੇਰੀ 10ਵੀਂ ਕਲਾਸ ਆ, ਨਵੀਂ ਕਲਾਸ ਆ, ਪਹਿਲਾ ਦਿਨ ਆ, ਹੁਣ ਤੂੰ ਇਹ ਫੈਸਲਾ ਕਰ ਤੂੰ ਜਾਣਾ ਕਿ ਨਹੀਂ ਜਾਣਾ। ਕਹਿੰਦਾ ਤੁਸੀਂ ਮੈਨੂੰ ਇੱਕ ਧਰਮ ਸੰਕਟ ਚ ਪਾਤਾ ਨਜਾ ਸਾਹਿਬ। ਕਹਿੰਦਾ ਭਾਵੇਂ ਕਿ ਉਹਨੇ ਸੋਚਿਆ ਹੀ ਨਹੀਂ ਸੀ। ਉਹ ਕਹਿੰਦਾ ਮੈਂ ਇੰਨੇ ਦਿਨ ਜਾਊਂ ਨਾ ਜਾਊਂ ਕੀ ਫਰਕ ਪੈਂਦਾ, ਮੈਂ ਤੇਰੀ ਕਲਾਸ ਦਾ ਪਹਿਲਾ ਦਿਨ ਆ, ਤੂੰ ਕੀ ਐਬਸੈਂਟ ਹੋਣਾ ਚਾਹੁੰਦਾ? ਤੂੰ ਕਹਿਣ ਤੋਂ ਭਾਵ ਹੈ ਕਿ ਉਹਨੇ ਮੈਨੂੰ ਦੱਸੀ ਗੱਲ, ਮੇਰੇ 2 ਲਫ਼ਜ਼ ਉਹਦੇ ਕੰਨ ਚ ਗਏ। ਹੁਣ ਉਹਦੇ ਅੰਦਰ ਇੱਕ ਰੀਥਿੰਕਿੰਗ ਦਾ ਪ੍ਰੋਸੈਸ ਸਟਾਰਟ ਹੋ ਗਿਆ। ਬੜਾ ਫੈਸਲਾ ਹੋਊਗਾ, ਬੜਾ ਰਿਫਾਈਨਡ ਹੋਊਗਾ। ਇਹੋ ਹਿਸਾਬ ਸੰਗਤ ਦਾ ਹੈ। ਸੰਗਤ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ ਤੇ ਸੰਗਤ ਸਾਨੂੰ ਕੁਝ ਗਲਤ ਕਰਨ ਵਾਸਤੇ ਨਹੀਂ ਕਹਿੰਦੀ। ਅਸੀਂ ਜੇਕਰ ਗਲਤ ਕਰਦੇ ਹਾਂ ਤੇ ਉਹਦੇ ਬਾਰੇ ਕੇਵਲ ਸਾਨੂੰ ਗਿਆਨ ਕਰਾਉਂਦੀ ਹੈ ਕਿ ਵੀ ਐ ਦੇਖ ਇਹਦਾ ਇਹ ਰਿਜ਼ਲਟ ਨਿਕਲਣਾ ਹੈ। ਹੁਣ ਤੂੰ ਕਰਨਾ ਜਾਂ ਨਹੀਂ ਕਰਨਾ ਉਹ ਤੇਰੀ ਮਰਜ਼ੀ ਆ, ਕਿਉਂਕਿ ਤੇਰੇ ਮਨ ਦੇ ਅੰਦਰ ਕਿਤੇ ਉਹ ਚੀਜ਼ਾਂ ਦੇ ਪ੍ਰਤੀ ਕਿਤੇ ਮਾੜਾ ਵਿਚਾਰ ਹੀ ਨਹੀਂ ਪੈਦਾ ਹੋਇਆ, ਕਿਤੇ ਤੁਸੀਂ ਰਿਜੈਕਟ ਨਹੀਂ ਕੀਤਾ, ਕਿਉਂਕਿ ਤੁਸੀਂ ਜੋ ਕਹਿੰਦਾ ਤੂੰ ਕਰੀ ਜਾ ਰਹੇ ਹੋ। ਬਾਣੀ ਕਹਿੰਦੀ ਕਿ ਬੱਚਾ ਹੈਗਾ, ਇੱਕ ਤੇ ਕਰੇ ਇੱਕ ਚੰਗੀ ਕਰੇ ਦੂਜੀ ਹੋਵੇ, ਪਰ ਨਹੀਂ ਤਾਂ ਉਹ ਕਹਿੰਦੇ ਸਾਹਿਬ ਜੇ ਇੱਕ ਅੱਧ ਚੰਗੀ ਕਰੇ ਦੂਜੀ ਹੋਵੇ ਨਹੀਂ, ਜੇ ਇੱਕ ਅੱਧ ਚੰਗੀ ਕਰੇ ਦੂਜੀ ਵੀ ਬੇਰਾਸ। ਕਹਿੰਦੇ ਉਹਨੇ ਮਨ ਨੇ ਤੇਰਾ ਇੱਕ ਅੱਧੀ ਚੰਗੀ ਕਰ ਦੇਣੀ ਹੈ ਤੇ ਅੱਗੇ ਉਹਨੇ ਤੈਨੂੰ ਖੂਹ 'ਚ ਡੋਬ ਦੇਣਾ ਹੈ। ਮਨ ਐਸਾ ਪਤੰਦਰ ਹੈਗਾ। ਹਾਂ ਤੇ ਤੂੰ ਹੁਣ ਬੰਦਾ ਕੀ ਕਰਦਾ ਹੈ? ਬੰਦਾ ਸਾਰੀ ਜ਼ਿੰਦਗੀ ਆਪਣੇ ਮਨ ਦੀ ਤੇ ਗੱਲ ਮੰਨੀ ਜਾਂਦਾ ਹੈ ਬਸ। ਔਰ ਮਨ ਕੀ ਹੈ? ਮਨ ਕੁਛ ਵੀ ਨਹੀਂ ਹੈ। ਇੱਕ ਜਸਟ ਸਾਡੇ ਜੀਵਨ ਦਾ ਇੱਕ ਮਤਲਬ ਔਰ ਕੋ ਡਾਟਾ ਹੈ, ਬਸ ਸਾਡੀ ਸਿਮਰਤੀ ਔਰ ਕੋਲ ਹੈਗੀ ਹੈ। ਬਸ ਬਿਲਕੁਲ ਸਹੀ। ਉਹਦਾ ਇਸਤੇਮਾਲ ਕਰੀ ਜਾਂਦੇ ਆ। ਹਾਂ ਬਿਲਕੁਲ। ਉਹ ਤੇ ਹੈ ਤਾਂ ਕੁਛ ਵੀ ਨਹੀਂ। ਸਿਮਰਤੀ ਔਰ ਕੋ ਆਪਣੀ ਹੋਰ ਕੀ ਹੈ? ਤੁਹਾਡੇ ਮਨ ਕੋ ਕੀ ਹੈ? ਸਿਮਰਤੀ, ਯਾਦ ਸ਼ਕਤੀ। ਬਿਲਕੁਲ ਉਹਦਾ ਇਸਤੇਮਾਲ ਕਰੀ ਜਾਂਦਾ। ਠੀਕ ਹੈ ਪਹਿਲਾਂ ਹੋਇਆ ਸੀ ਪਰ ਹੁਣ ਕਹਿੰਦਾ ਹੁਣ ਵੀ ਕਰ। ਪਰ ਉਹਨੂੰ ਕਰਨਾ ਨਹੀਂ ਕਰਨਾ, ਜੇ ਕਰੇਗਾ ਤੇ ਕੀ ਹੋਊਗਾ, ਨਾ ਕਰੇਗਾ ਤੇ ਕੀ ਹੋਊਗਾ, ਇਹ ਭੇਦ ਜਿਹੜਾ ਸੰਗਤ 'ਚ ਹੀ ਪਤਾ ਲੱਗਦਾ। ਸੰਗਤ ਫਿਰ ਬਾਣੀ ਦੱਸਦੀ ਆ, ਬਾਣੀ 'ਚ ਦੱਸਦੀ ਆ ਤੈਨੂੰ ਕਿ ਬਈ ਤੂੰ ਏਦਾਂ ਕੰਮ ਨਾ ਕਰੀ। ਬਾਣੀ ਫਿਰ ਕਹਿੰਦੀ ਐਸਾ ਕਰਮ ਮੂਲੇ ਨਾ ਕੀਜੇ ਜੇ ਤੰਤ ਪਛਤਾਈ ਹੈ। ਹਾਂ ਕਿ ਏਦਾਂ ਦਾ ਕੰਮ ਨਹੀਂ ਕਰਨਾ। ਮਨ ਤੇ ਤੇਰਾ ਕਹਿ ਦਿੰਦਾ ਹੈ, ਪਰ ਤੈਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਕਿ ਮਨ ਜੋ ਕਹਿ ਰਿਹਾ ਉਹ ਸਹੀ ਹੈ ਜਾਂ ਗਲਤ ਆ। ਕਿਤੇ ਗਲਤ ਤੇ ਨਹੀਂ ਤੂੰ ਕਰੀ ਜਾ ਰਿਹਾ। ਤੇ ਜਦੋਂ ਤੁਸੀਂ ਬੁੱਧੀ ਦੇ ਆਧਾਰ ਤੇ ਉਹਨੂੰ ਪਰਖੋਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਮਨ ਦੀ ਜਿਹੜੀ ਜਿੱਦ ਹੈ ਸਹੀ ਹੈ ਜਾਂ ਗਲਤ ਹੈ। ਤੇ ਜਦੋਂ ਗਲਤ ਹੈਗੀ ਆ ਤੇ ਉਹਨੂੰ ਨਾ ਕਰੋ। ਹਾਂਜੀ ਨਿਜੋ ਸਾਹਿਬ। ਹਾਂਜੀ ਅੱਗੇ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਇਹ ਧਰਮ ਸੰਕਟ ਵਾਲਾ ਆ ਗਿਆ ਸ਼ਬਦ। ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਬੈ ਰਸਾਤਲ ਜਾਹੇ। ਹੁਣ ਦੇਖ ਲਓ ਭੰਗ ਕਹਿ ਰਹੇ, ਹੁਣ ਭੰਗ ਕਹਿ ਰਹੇ ਤੇ ਅਗਲੇ ਨੇ ਕਹਿਣਾ ਜੀ ਚਿੱਟਾ ਖਾ ਲਿਆ ਤੇ ਫਿਰ ਤਾਂ ਇਹ ਤਾਂ ਲਿਖਿਆ ਨਹੀਂ ਹੋਇਆ। ਮੱਛਲੀ ਲਿਖੀ ਹੋਈ ਹੈ ਕਹਿੰਦੇ ਇੱਥੇ ਜਿਹੜਾ ਹੈਗਾ, ਫਿਰ ਤਾਂ ਅਸੀਂ ਜਿਹੜੇ ਆਂਡੇ ਖਾ ਲਈਏ, ਜਿਹੜੇ ਹੈਗੇ ਮੁਰਗੀ ਖਾ ਲਈਏ, ਬੱਕਰਾ ਝਟਕਾ ਲਈਏ, ਇਹ ਤਾਂ ਲਿਖਿਆ ਨਹੀਂ ਹੋਇਆ ਇਹਦੇ ਵਿੱਚ। ਹੁਣ ਇਹ ਤਾਂ ਪੋਇਮ ਹੈਗੀ ਆ, ਛੋਟਾ ਜਿਹਾ ਸ਼ਲੋਕ ਹੈਗਾ, ਹਿੰਟ ਦੇਣੀ ਆ। ਸੁਰਾਪਾਨ ਕਹਿੰਦੇ ਇਹਦੇ ਸੁਰਾ ਕਹਿੰਦੇ ਆ ਜਿਹੜੀ ਆ ਸ਼ਰਾਬ। ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਪ੍ਰਾਣੀ ਖਾਹੇ। ਜਿਹੜੇ ਵੀ ਪ੍ਰਾਣੀ, ਇਨਸਾਨ, ਪ੍ਰਾਣੀ ਕੌਣ? ਇਨਸਾਨ ਹੀ ਤਾਂ ਯੂਜ਼ ਕਰਦੇ ਇਹਨਾਂ ਨੂੰ। ਕਹਿੰਦੇ ਜਿਹੜੇ ਵੀ ਖਾਂਦੇ ਆ, ਜਿਹੜੇ ਵੀ ਇਹਨਾਂ ਨੂੰ ਯੂਜ਼ ਕਰਦੇ ਆ, ਤੀਰਥ ਵਰਤ ਨੇਮ ਕੀਏ ਤੇ ਸਬੈ ਰਸਾਤਲ ਜਾਏ। ਕਹਿੰਦੇ ਕਿੰਨੇ ਵੀ ਤੀਰਥ ਕੀਤੇ ਹੋਣ, ਕਿੰਨੇ ਵੀ ਵਰਤ ਕੀਤੇ ਹੋਣ, ਕਿੰਨੇ ਵੀ ਨੇਮ ਕੀਤੇ ਹੋਣ, ਸਾਰੇ ਦੇ ਸਾਰੇ ਰਸਾਤਲ ਕਹਿੰਦੇ ਆ ਭਾਈ ਨਰਕ ਦੇ ਵਿੱਚ ਜਾਣਗੇ, ਜੂਨਾਂ ਦੇ ਵਿੱਚ ਜਾਣਗੇ। ਇਹ ਉਹਨਾਂ ਨੂੰ ਨਹੀਂ ਰੋਕ ਸਕਦੇ। ਇਹ ਜਿਹੜੇ ਹੈਗੇ ਸਫੀਸ਼ੀਐਂਟ ਨਹੀਂ ਹੈਗੇ, ਕਿਉਂਕਿ ਆਹ ਚੀਜ਼ ਇੰਨੀ ਜ਼ਬਰਦਸਤ। ਦੇਖੋ ਕਹਿੰਦੇ ਜੀ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਆਹ ਦੇਖ ਲਓ ਭਾਈ, ਬਿਲਕੁਲ ਆ ਕ੍ਰਿਸਟਲ ਕਲੀਅਰ ਲਿਖਿਆ ਹੋਇਆ। ਹਾਂਜੀ ਵੀਰ ਜੀ। ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਦੇਖੋ ਜੇ ਕੋਈ ਬੰਦਾ ਮਤਲਬ ਨਸ਼ਾ ਕਰਦਾ,
ਨਸ਼ਾ ਹੀ ਕਹਿ ਲਓ, ਕੋਈ ਵੀ ਨਸ਼ਾ। ਤੇ ਜਾਂ ਫਿਰ ਦੇਖੋ ਕਹਿੰਦੇ ਆ ਕਿ ਮੀਟ ਮੱਛੀ ਵੀ ਖਾਂਦਾ, ਤੇ ਉਹ ਕਹਿੰਦਾ ਭਾਵੇਂ ਜਿੱਥੇ ਮਰਜ਼ੀ ਤੁਰਿਆ ਫਿਰੇ, ਉਹ ਸਮਝ ਲਓ ਕਿ ਉਹ ਏਡੀ ਵਧੀਆ ਗੱਲ ਨਹੀਂ। ਠੀਕ ਹੈ ਨਿਜਾ ਸਾਹਿਬ? ਬਿਲਕੁਲ, ਹਾਂਜੀ। ਕਿਉਂਕਿ ਇਹਦੇ ਭਗਤੀ ਜਿਹੜੀ ਹੈਗੀ ਨਾ, ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਏ। ਬਿਲਕੁਲ ਕਹਿੰਦੇ ਦੇਖ ਲਓ, ਉਹਦੇ ਤੀਰਥ ਵਰਤ ਨੇਮ ਜਿਹੜੇ ਕੀਤੇ ਹੋਏ ਵੀ ਜਿਹੜੇ ਹੈਗੇ ਉਹਨੂੰ ਨਹੀਂ ਰੋਕ ਸਕਦੇ ਜੂਨਾਂ ਤੋਂ ਜਾਣ ਤੋਂ। ਅੱਗੇ ਨੀਚੇ ਲੋਇਣ ਕਰ ਰਹੋ ਲੈ ਸਾਜਨ ਘਟ ਮਾਹੇ। ਨੀਚੇ ਲੋਇਣ ਕਰ ਰਹੋ ਲੈ ਸਾ, ਇਸ ਤੋਂ ਅੱਗੇ ਆ ਸ਼ਬਦ ਲਗਾਇਆ। ਇਹ ਹਰਡਲ ਜਿਹੜੀ ਹੈਗੀ ਆ, ਉਸ ਤੋਂ ਅੱਗੇ ਫਿਰ ਪ੍ਰਾਪਤੀ ਹੈਗੀ ਆ। ਸਾਜਨ ਕਹਿੰਦੇ ਆ ਘਟ ਦੇ ਅੰਦਰ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦਾ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਜਿਹੜੇ ਲੱਛਣ ਪ੍ਰਗਟ ਹੋਣ ਦੇ ਆ ਗਏ ਭਾਈ। ਨੀਚੇ ਲੋਇਣ ਕਰ ਰਹੋ ਲੈ ਸਾਜਨ ਘਟ ਮਾਹੇ, ਕਹਿੰਦੇ ਆਪਣੇ ਅੰਦਰ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ। ਹੁਣ ਕਹਿੰਦੇ ਆ ਨੀਚੇ ਲੋਇਣ, ਕਹਿੰਦੇ ਬਈ ਨਿਮਰਤਾ ਦੇ ਵਿੱਚ ਰਵਾਂ। ਨੀਚੇ ਲੋਇਣ ਕੀ ਆ ਬਈ ਸਾਰਿਆਂ ਤੋਂ ਨੀਵਾਂ ਹੋ ਕੇ ਮੈਂ ਰਵਾਂ। ਆਪਣੇ ਆਪ ਨੂੰ ਮੈਂ ਜਿਹੜਾ ਹੈਗਾ ਇਹਦਾ ਹੀ ਮੇਰੇ ਅੰਦਰ ਜਿਹੜਾ ਹੈਗਾ ਹੰਕਾਰ ਜਿਹੜਾ ਹੈਗਾ ਨਾ ਹੋਏ। ਮੈਂ ਜਿਹੜਾ ਮਾਲਕ ਦੀ ਨੇੜਤਾ ਔਰ ਮਾਲਕ ਦਾ ਜਿਹੜਾ ਹੈਗਾ ਮੇਰੇ ਅੰਦਰ ਜਿਹੜਾ ਹੈਗਾ ਆਉਣ ਦੀ ਜਿਹੜੀ ਹੈਗੀ ਮੇਰੇ ਅੰਦਰ ਜਿਹੜਾ ਹੈਗਾ ਆਉਣ ਦਾ, ਉਹਦਾ ਮਾਲਕ ਦਾ ਜਿਹੜਾ ਹੈਗਾ ਮਹਿਸੂਸ ਹੋਣ ਲੱਗ ਪਿਆ। ਕਹਿੰਦੇ ਮੈਂ ਜਿਹੜਾ ਹੈਗਾ ਕਿਤੇ ਹੰਕਾਰ ਦੇ ਵਿੱਚ ਨਾ ਹੋ ਜਾਵਾਂ। ਸਭ ਰਸ ਖੇਲੋਂ ਪੀਓ ਸੋ ਕਿਸੀ ਲਖਾਵੋ ਨਾਹੀ ਨਾ ਹੈ। ਕਹਿੰਦੇ ਸਾਰੇ ਦੇ ਸਾਰੇ ਮੈਂ ਮਾਲਕ ਪਰਮਾਤਮਾ ਦੇ ਨਾਲ ਹੁਣ ਜਿਹੜੀ ਹੈਗੀ ਆ, ਉਹਦੇ ਸਾਥ ਦੇ ਨਾਲ, ਮਾਲਕ ਦੇ ਨਾਲ ਜਿਹੜਾ ਹੈਗਾ ਉਹ ਜਿਹੜੇ ਹੈਗੇ ਉਹ ਰੰਗਰੇਲੀਆਂ ਮਨਾਵਾਂ। ਸਾਰੇ ਰਸ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ, ਕਿਉਂਕਿ ਸਾਰੇ ਉਸ ਮਾਲਕ ਨੇ ਦੁਨਿਆਵੀ ਜਿਹੜੇ ਰਸ ਪਾਏ ਆ, ਸਵਾਦ ਪਾਏ ਹੋਏ ਆ। ਇਹ ਫੋਕ ਜਿਹੜਾ ਹੈਗਾ ਜਿਹਨੂੰ ਬਾਣੀ ਕਹਿ ਰਹੀ ਹੈ, ਇਹ ਪਿਆਰਿਆ ਧੋਖਾ ਹੈਗਾ। ਤੇ ਉਹਦੇ ਅਸਲੀ ਰਸ ਜਿਹੜੇ ਹੈਗੇ ਕਹਿੰਦੇ ਉਹਨਾਂ ਨੂੰ ਮਾਣਾ ਮੈਂ। ਸਭ ਰਸ ਖੇਲੋਂ ਪੀ ਸੰਗ ਪੀ ਸਿਉ ਕਿਸੀ ਲਖਾਵੋ ਨਾਹੀ। ਕਹਿੰਦੇ ਕਿਸੇ ਨੂੰ ਮੈਂ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਵੱਡਾ ਉੱਚਾ ਨਾ ਲਿਖਾਵਾਂ ਜਿਹੜਾ ਹੈਗਾ। ਹਾਂਜੀ ਵੀਰ ਜੀ। ਹਾਂਜੀ ਫਿਰ ਠੀਕ ਹੈ ਜੀ, ਕਹਿ ਰਹੇ ਨੇ ਨਿੱਜ ਸਾਹਿਬ ਥੋੜਾ ਸਰਲ ਕਰੋ ਭਲਾ ਕੀ ਕਹਿਣਾ ਚਾਹੁੰਦੀ ਬਾਣੀ। ਨੀਚੇ ਲੋਇਨ ਕਰ ਰਹੋ ਲੈ ਸਾਜਨ ਘਟ ਮਾਹੇ। ਜਦ ਜਿਹੜਾ ਹੈਗਾ ਹੁਣ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਆ ਪ੍ਰੋਬੇਬਿਲਿਟੀ ਹੋ ਜਾਂਦੀ ਆ। ਕਹਿੰਦੇ ਨਿਮਰਤਾ ਧਾਰਨ ਕਰਕੇ ਰੱਖ। ਸਾਰਿਆਂ ਦੇ ਨੀਚੇ ਲੋਇਣ ਦਾ ਮਤਲਬ ਹੈ ਅੱਖਾਂ ਨੀਵੇਂ, ਹੰਕਾਰ ਜਿਹੜਾ ਹੈਗਾ ਉਹ ਹਉਮੈ ਜਿਹੜੀ ਹੈਗੀ ਉਹਨੂੰ ਉਹਦੇ ਤੇ ਵਰਕਆਊਟ ਕਰ। ਔਰ ਫਿਰ ਤੈਨੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗੇ ਉਹਦਾ ਸਾਥ ਜਿਹੜਾ ਹੈਗਾ ਮਾਲਕ ਦਾ, ਔਰ ਤੇਰੇ ਅੰਦਰ ਉਹ ਅੰਮ੍ਰਿਤ ਰਸ ਔਰ ਜਿਹੜੇ ਹੈਗੇ ਸਾਰੇ ਰਸ, ਕਹਿੰਦੇ ਸਭ ਰਸ ਖੇਲੋਂ ਪੀ ਸਿਉ। ਉਹ ਮਾਲਕ ਪਰਮਾਤਮਾ ਦੇ ਨਾਲ ਕਹਿੰਦੇ ਸਾਰੇ ਦੁਨੀਆ ਦੇ ਰਸ ਸਾਰੇ ਉਹ ਤਾਂ ਕੁਛ ਵੀ ਨਹੀਂ ਆ ਉਹਦੇ ਸਾਹਮਣੇ। ਕਹਿੰਦੇ ਮੈਂ ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਹਦੇ ਨਾਲ ਰੰਗ ਰੇਲੀਆਂ ਮਨਾਵਾਂ। ਕਿਸੀ ਲਖਾਵੋਂ ਨਾਹੀਂ, ਕਿਸੇ ਨੂੰ ਜਿਹੜਾ ਹੈਗਾ ਇਹ ਆਪਣੇ ਆਪ ਨੂੰ ਜਿਹੜਾ ਹੈਗਾ ਵੱਡਾ ਉੱਚਾ ਨਾ ਲਿਖਾਵਾਂ, ਨਾ ਸ਼ੋ ਕਰਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜਿੱਦਾਂ ਇੱਕ ਔਰਤ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਨੂੰ ਕੀ ਲੋੜ ਪਈ ਹੈ ਲੋਕਾਂ ਨੂੰ ਦੱਸਣ ਦੀ ਹਾਂ ਮੈਂ ਪ੍ਰੈਗਨੈਂਟ ਹਾਂ। ਇਹੋ ਹਿਸਾਬ ਹੈ ਜਿਹਦੇ, ਕਿਉਂਕਿ ਉਹਨੂੰ ਦੱਸਣ ਦੀ ਲੋੜ ਨਹੀਂ, ਉਹਦਾ ਸਰੀਰ ਹੀ ਦੱਸ ਦਿੰਦਾ ਆਪਣੇ ਆਪ ਜੋ ਆਪਣੇ। ਕਿਉਂਕਿ ਗੁਲਾਬ ਜਿਹੜਾ ਫੁੱਲ ਹੈਗਾ ਉਹਨੂੰ ਦੱਸਣ ਦੀ ਲੋੜ ਪੈਂਦੀ ਹੈ ਵੀ ਖੁਸ਼ਬੂ ਹੈਗੀ। ਚੰਦਨ ਨੂੰ ਦੱਸਣ ਦੀ ਲੋੜ ਪੈਂਦੀ ਹੈ, ਉਹ ਤਾਂ ਪਤਾ ਨਹੀਂ ਕਿੰਨੀ ਦੂਰੋਂ ਖੁਸ਼ਬੂ ਆ ਜਾਂਦੀ ਹੈ। ਹਾਂਜੀ ਵੀਰ। ਹਾਂ ਤੇ ਉਹ ਕੋ ਭਵਰੇ ਆਪੇ ਪਹੁੰਚ ਜਾਂਦੇ ਆ। ਇਸੇ ਹੀ ਤਰ੍ਹਾਂ ਜਦੋਂ ਕੋਈ ਆਤਮਿਕ ਤੱਤ 'ਚ ਬੰਦਾ ਲੀਨ ਹੋ ਜਾਂਦਾ ਤੇ ਲੋਕੀ ਆਪਣੇ ਆਪ ਹੀ ਉਹਦਾ ਸੰਗ ਕਰਨਾ ਚਾਹੁੰਦੇ, ਉਹਦੇ ਲਾਗੇ ਰਹਿਣਾ ਚਾਹੁੰਦੇ ਆ, ਕਿਉਂਕਿ ਉਹਦੇ ਲਫ਼ਜ਼ ਜਿਹੜੇ ਹੁੰਦੇ ਨੇ ਅੰਦਰ ਹਲਚਲ ਪੈਦਾ ਕਰਦੇ ਆ ਔਰ ਬੰਦੇ ਨੂੰ ਸੁਣ ਕੇ ਸ਼ਾਂਤੀ ਮਿਲਦੀ। ਜੇ ਕੋਈ ਆਤਮ ਤੱਤ ਦੇ ਬੰਦੇ ਜਿਹੜਾ ਹੁੰਦਾ ਨਾ ਉਹਦੇ ਤੁਸੀਂ ਲਫ਼ਜ਼ ਸੁਣੋਗੇ ਨਾ, ਉਹਦੀ ਬਾਣੀ ਵੀ ਆਪਾਂ ਪੜ੍ਹਦੇ ਪਏ ਆ, ਇਹਦੇ ਨਾਲ ਕੋਈ ਸਾਡੇ ਜੀਵਨ 'ਚ ਨਾ ਸਹਿਜ ਆਉਂਦਾ। ਜੀਵਨ ਦੀ ਜਿਹੜੀ ਹੈ ਨਾ ਉਹ ਮਤਲਬ ਡਾਇਰੈਕਸ਼ਨ ਦੇ ਬਾਰੇ ਪਤਾ ਲੱਗਦਾ ਹੈ ਕਿ ਮੈਂ ਕਿੱਧਰ ਜਾਣਾ ਸੀ, ਮੈਂ ਕਿੱਧਰ ਜਾ ਰਿਹਾ। ਇਸ ਸੰਗਤ ਦੇ ਵਿੱਚ ਬਹੁਤ ਭੇਦ ਹੈ। ਸੰਗਤ ਕੀ ਕਰਦੀ ਆ, ਜੈਸੀ ਆਵੇ ਖਸਮ ਕੀ ਬਾਣੀ ਤੈਸਾ ਕਰਾਂ ਗਿਆਨ। ਜਿੱਦਾਂ ਦੀ ਬਾਣੀ ਆਈ ਉਹਨੂੰ ਸੇਮ ਉਸੇ ਲੈਵਲ ਤੇ। ਦੇਖੋ ਕਬੀਰ ਸਾਹਿਬ ਦੀ ਬਾਣੀ ਨੂੰ ਜੇਕਰ ਅਸੀਂ ਉਸੇ ਲੈਵਲ ਤੇ ਨਹੀਂ ਨਾ ਪ੍ਰਗਟ ਕਰ ਰਹੇ ਤੇ ਫਿਰ ਉਹ ਨਾ ਇਨਸਾਫੀ ਹੈ। ਨਾ ਇਨਸਾਫੀ ਔਰ ਆਪਣੀ ਜਿਹੜੀ ਹੈਗੀ ਆ ਫਿਰ ਜਿਹੜਾ ਹੈਗਾ ਆਪਣਾ ਦੋਸ਼ ਹੈਗਾ। ਫਿਰ ਆਪਾਂ ਜਿਹੜੇ ਹੈਗੇ ਹਾਂ ਫਿਰ ਸਾਡੇ ਲਈ ਉਨੀ ਚੰਗੀ ਚੀਜ਼ ਨਹੀਂ। ਠੀਕ ਹੈ ਨਿਜਾ ਸਾਹਿਬ।
ਉਹ ਕਹਿੰਦੇ ਆ ਕਿ ਜੇਕਰ ਮੈਨੂੰ ਉਹ ਚੀਜ਼ ਮਿਲ ਗਈ ਆ ਤੇ ਫਿਰ ਕਹਿੰਦੇ ਮੈਂ ਸ਼ਾਂਤੀ ਨਾਲ ਬੈਠਾ ਹਾਂ, ਨੱਖਾਂ ਨੀਵੀਆਂ ਕਰਕੇ ਬੈਠਾ। ਇਹ ਮਤਲਬ ਕਿ ਜੇ ਤੁਹਾਡੇ ਕੋਲ ਕੁਝ ਹੈਗਾ ਵੀ ਹੈ ਤੇ ਵੈਸੇ ਵੀ ਜਿਹੜਾ ਬੰਦਾ ਸਿਆਣਾ ਹੁੰਦਾ ਉਹਨੂੰ ਪਤਾ ਹੀ ਹੁੰਦਾ ਤੇ ਕਿੱਥੇ ਕੀ ਹੋ ਰਿਹਾ। ਹਾਂਜੀ ਨਿੱਤੇ ਸਾਹਿਬ ਅੱਗੇ ਚਲੀ। ਅੱਗੇ ਕਬੀਰ ਸਾਹਿਬ ਕਹਿੰਦੇ ਵੀ ਅੱਖਾਂ ਨੀਵੀਆਂ ਕਰਨ ਦੀ ਵੀ ਲੋੜ ਨਹੀਂ ਹੈ ਮੈਨੂੰ। ਦੇਖੋ ਕਿੰਨਾ ਮਤਲਬ ਕਮਾਲ ਦਾ ਗਿਆਨ ਹੈ। 8 ਜਾਮ 64 ਘੜੀ, 8 ਜਾਮ 64 ਘੜੀ ਤੋ ਨਿਰਖਤ ਰਹੇ ਜਿਓ। ਕਹਿੰਦੇ 8 ਜਾਮ ਕਹਿੰਦੇ ਆ ਪਹਿਰ, 8 ਪਹਿਰ, 64 ਘੜੀਆਂ ਹੁੰਦੀਆਂ। ਇੱਕ ਪਹਿਰ ਦੇ ਵਿੱਚ ਜਿਹੜੀਆਂ 8 ਘੜੀ ਹੈ, 8 ਹੁੰਦੀਆਂ, 8 64 ਹੋ ਗਏ, 4 ਪਹਿਰ ਦਿਨ, 4 ਪਹਿਰ ਰਾਤ। 8 ਜਾਮ 64 ਘੜੀ ਤੋ ਨਿਰਖਤ ਰਹੇ ਜਿਓ। ਕਹਿੰਦੇ ਬਸ ਮੇਰਾ ਜੀ ਜਿਹੜਾ ਤੈਨੂੰ ਬਸ ਹਮੇਸ਼ਾ ਹੀ ਦੇਖੋ, ਕਹਿੰਦੇ ਹਰ ਟਾਈਮ ਤੈਨੂੰ ਦੇਖਦਾ ਰਹੇ ਬਸ। ਹੁਣ ਆਤਮਾ ਦੇ ਦਰਸ਼ਨ ਹੋ ਗਏ ਨਾ, ਕਹਿੰਦੇ ਉੱਥੋਂ ਹਿੱਲਣ ਨੂੰ ਜੀ ਨਹੀਂ ਕਰਦਾ ਬਸ। 8 ਜਾਮ 64 ਕਰੀ ਤੋ ਨਿਰਖਤ ਰਹੇ ਜਿਓ, ਨੀਚੇ ਲੋਇਣ ਕਿਉਂ ਕਰੋ ਸਭ ਘਟ ਦੇਖੋ ਪੀਓ। ਕਹਿੰਦੇ ਮੈਂ ਨੀਵੇਂ ਲੋਇਣ ਕਿਉਂ ਕਰਾਂ, ਸਾਰਿਆਂ ਦੇ ਵਿੱਚ ਹੁਣ ਜਿਹੜਾ ਆਕਾਰ ਨਹੀਂ ਦਿਸਦਾ, ਹੁਣ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਤੂੰ ਹੀ ਦਿਸਦਾ ਹੈ, ਤੂੰ ਹੀ ਦਿਸਦਾ ਹੈ, ਤੂੰ ਹੀ ਦਿਸਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਆਤਮਾ ਤੱਤ ਜੇ ਤੁਹਾਡੀ ਸੁਰਤੀ ਲੀਨ ਹੋ ਗਈ ਤੇ ਫਿਰ ਤੁਹਾਨੂੰ ਹਰ ਇੱਕ ਚੀਜ਼ 'ਚ ਪ੍ਰਮਾਤਮਾ ਨਜ਼ਰ ਆਊ। ਜੇਕਰ ਆਪਾਂ ਏਦਾਂ ਕਹੀਏ ਨਾ ਕਿ ਸਾਰੀ ਚੀਜ਼ਾਂ 'ਚ ਪ੍ਰਮਾਤਮਾ ਹੈ, ਉਹ ਇੱਕ ਅਲੱਗ ਚੀਜ਼ ਆ। ਉਹ ਤੇ ਤੁਸੀਂ ਮੰਨ ਲਿਆ, ਜਾਣਿਆ ਨਹੀਂ ਅਜੇ। ਇੱਕ ਤੇ ਐਕਸਪੀਰੀਅੰਸ ਹੁੰਦਾ, ਇੱਕ ਹੁੰਦਾ ਬਲੀਵ। ਬਿਲਕੁਲ। ਬਲੀਵ ਦਾ ਮਤਲਬ ਵਿਸ਼ਵਾਸ ਕਰ ਲਿਆ, ਜਾਣਿਆ ਨਹੀਂ। ਤੇ ਐਕਸਪੀਰੀਅੰਸ, ਜੋ ਤੁਸੀਂ ਐਕਸਪੀਰੀਅੰਸ ਕਰ ਲਿਆ ਫਿਰ ਬਲੀਵ ਕਰਨ ਦੀ ਕੀ ਲੋੜ ਪਈ ਆ। ਹੁਣ ਸ਼ਾਇਦ ਮਿੱਠਾ ਹੁੰਦਾ ਹੈ, ਤੁਹਾਨੂੰ ਕਿਸੇ ਨੇ ਕਹਿਤਾ ਮਿੱਠਾ ਹੁੰਦਾ ਹੈ, ਤੁਸੀਂ ਪੜ੍ਹ ਲਿਆ, ਤੁਸੀਂ ਵਿਸ਼ਵਾਸ ਕਰ ਲਿਆ। ਪਰ ਜਦੋਂ ਤੁਸੀਂ ਖਾ ਲਿਆ ਤੇ ਫਿਰ ਤੇ ਨਹੀਂ ਨਾ ਤੁਹਾਨੂੰ ਪੜ੍ਹਨ ਦੀ ਲੋੜ ਕਿ ਸ਼ਾਇਦ ਮਿੱਠਾ ਹੁੰਦਾ। ਤੁਹਾਨੂੰ ਪਤਾ ਹੈ ਮਿੱਠਾ ਜਾਂ ਕੌੜਾ। ਬਿਲਕੁਲ, ਇਹ ਐਕਸਪੀਰੀਅੰਸ ਹੈ। ਬਿਲਕੁਲ। ਤੇ ਇਹ ਐਕਸਪੀਰੀਅੰਸ ਬਹੁਤ ਇੰਪੋਰਟੈਂਟ ਹੈ। ਜਿੰਨਾ ਚਿਰ ਤੁਹਾਨੂੰ ਜ਼ਿੰਦਗੀ 'ਚ ਐਕਸਪੀਰੀਅੰਸ ਨਹੀਂ ਮਿਲਦਾ ਉਹਨਾਂ ਚਿਰ ਗੱਲ ਨਹੀਂ ਬਣਦੀ। ਇਸੇ ਕਰਕੇ ਆਤਮਾ ਤੱਤ ਹੁਣ ਉਹ ਕਹਿੰਦੇ ਨੇ ਕਿ ਹਰ ਥਾਂ ਸਰਵ ਵਿਆਪਕ ਆ। ਤੇ ਇਹ ਤੇ ਕਹਿ ਤਾ ਉਹਨਾਂ ਨੇ, ਕਹਿਣ ਦੇ ਨਾਲ ਗੱਲ ਥੋੜੀ ਖਤਮ ਹੋ ਗਈ। ਅਸੀਂ ਮੰਨ ਲਈਏ ਤੇ ਗੱਲ ਉੱਥੇ ਵੀ ਨਹੀਂ ਖਤਮ ਹੁੰਦੀ। ਇਹ ਤੇ ਗੱਲ ਉਦੋਂ ਖਤਮ ਹੋਊਗੀ ਜਦੋਂ ਉਸ ਅਵਸਥਾ 'ਚ ਜਾ ਕੇ ਆਪਾਂ ਸਰਵ ਵਿਆਪਕ ਆਤਮਾ ਨੂੰ ਦੇਖਾਂਗੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਅੱਗੇ ਪੜ੍ਹਨ ਨਾਲ ਕੀ ਹੋਊਗਾ, ਕਹਿੰਦੇ ਪੜ੍ਹਨ ਲਿਖੇ ਕਿਆ ਹੋਏ ਜੇ ਸਾਹਿਬ ਸਹਿਜ ਨਾ ਮਿਲਿਓ ਸੋਈ। ਹਾਂਜੀ ਬਿਲਕੁਲ। ਹਾਂਜੀ। ਸੁਨ ਸਖੀ ਪੀ ਮੈਂ ਜਿਉ ਵਸੈ, ਜੀ ਮੈਂ ਵਸੈ ਕੇ ਪਿਓ, ਜਿਉ ਪਿਓ ਬੂਝੋ ਨਹੀਂ, ਘਟ ਮੈਂ ਜਿਉ ਕੇ ਪਿਓ। ਕਹਿੰਦੇ ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ ਹੈ ਮੇਰੀ ਸਹੇਲੀਓ ਕਿ ਬਈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵਿੱਚ ਮੈਂ ਵਸ ਰਹੀ ਹਾਂ, ਆਤਮਾ ਉਹਦੇ ਵਿੱਚ ਹੈਗੀ ਕਿ ਆਤਮਾ ਦੇ ਵਿੱਚ ਉਹ ਹੈਗਾ ਮਾਲਕ ਪਰਮਾਤਮਾ, ਨਹੀਂ ਪਤਾ ਲੱਗਦਾ। ਸੁਣ ਸਖੀ ਪੀ ਮੈਂ ਜਿਉ ਵਸੈ, ਜੀ ਮੈਂ ਵਸੈ ਕੇ ਪਿਓ। ਕਹਿੰਦੇ ਜੀ ਦੇ ਵਿੱਚ, ਪ੍ਰੀਤਮ ਦੇ ਵਿੱਚ ਮੇਰਾ ਜੀ ਵਸ ਰਿਹਾ, ਮੈਂ ਵਸ ਰਹੀ ਹਾਂ, ਜਾਂ ਮੇਰੇ ਅੰਦਰ ਪਰਮਾਤਮਾ ਵਸ ਰਿਹਾ ਆ। ਜਿਉ ਪਿਓ ਬੂਝੋ ਨਹੀਂ ਪਤਾ ਲੱਗਦਾ ਭਾਈ। ਜਿਉ ਪਿਓ ਇੱਕ ਹੋ ਗਏ ਹੁਣ। ਜਿਉ ਪਿਓ ਬੂਝੋ ਨਹੀਂ, ਘਟ ਮੈਂ ਜਿਉ ਕੇ ਪਿਓ। ਇਹ ਘਟ ਦੇ ਵਿੱਚ ਜਿਉ ਹੈਗਾ ਕਿ ਪਿਓ ਹੈਗਾ? ਹੁਣ ਤਾਂ ਪਿਓ ਹੀ ਪਿਓ ਨਜ਼ਰ ਆ ਰਿਹਾ। ਹਾਂਜੀ ਵੀਰ ਜੀ। ਹਾਂਜੀ ਫਿਰ ਜੀ ਇਹ ਚੌਥੇ ਪਦ ਦੀ ਬਾਣੀ ਆਤਮਾ। ਅਸਲ 'ਚ ਜਦੋਂ ਤੁਸੀਂ ਐਨ ਕਾਫੀ ਵਧੀਆ ਅਵਸਥਾ 'ਚ ਪਹੁੰਚ ਗਏ ਨਾ, ਇਹ ਉਹ ਅਵਸਥਾ ਵਾ। ਉਹ ਕਹਿੰਦੇ ਨੇ ਕਿ ਸਾਗਰ ਵਿੱਚ ਗਾਗਰ ਹੈ ਜਾਂ ਗਾਗਰ ਵਿੱਚ ਸਾਗਰ ਹੈ। ਇਹ ਤੇ ਗੱਲ, ਇਹ ਕਹਿਣ ਦੀ ਤੇ ਗੱਲ ਨਹੀਂ ਹੈ, ਇਹ ਤੇ ਅਨੁਭਵ ਦੀ ਗੱਲ ਹੈ। ਹੁਣ ਤੁਸੀਂ ਜਦੋਂ ਆਤਮਾ ਤੱਤ 'ਚ ਜਦੋਂ ਪ੍ਰਵੇਸ਼ ਕਰ ਗਏ, ਤੁਹਾਡੀ ਸੁਰਤੀ ਸਹਿਜ ਅਵਸਥਾ 'ਚ ਰੁਕ ਗਈ, ਹੁਣ ਗਤੀ ਨਹੀਂ ਕਰ ਰਹੀ, ਰੁਕ ਗਈ, ਜਿੱਥੇ ਜਾਣਾ ਹੈ ਚੱਲ ਗਈ। ਉੱਥੇ ਕਬੀਰ ਸਾਹਿਬ ਉਹ ਕਲੇਮ ਕਰਦੇ, ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉੱਥੇ ਜਾ ਕੇ ਦੇਖੋ ਰਾਮ ਕਬੀਰਾ ਏਕ ਭੈ ਤੇ ਕੋਈ ਨਾ ਸਕੇ ਪਛਾਣ। ਕਿਉਂਕਿ ਜਿਹੜਾ ਲੱਭਣ ਵਾਲਾ ਸੀ, ਜਿਹਨੂੰ ਲੱਭਣਾ ਸੀ, ਇਹ ਦੋ ਨਹੀਂ ਆ, ਇੱਕੋ ਹੀ ਆ। ਔਰ ਜਦੋਂ ਤੁਸੀਂ ਪਹੁੰਚ ਗਏ ਤੇ ਗੱਲ ਖਤਮ ਹੋ ਗਈ, ਸਵਾਲ ਸੋਲਵ ਹੋ ਗਿਆ। ਉੱਥੋਂ ਤੱਕ ਪਹੁੰਚਣਾ ਹੀ ਆ ਬਸ। ਜਦੋਂ ਉੱਥੇ ਪਹੁੰਚ ਗਏ ਤੇ ਮਨ ਨੇ ਆਪ ਹੀ ਭੋਗਾਂ ਦਾ ਤਿਆਗ ਕਰ ਦੇਣਾ। ਓਦਾਂ ਤੁਸੀਂ ਤਿਆਗ ਵੀ ਕਰ ਦੋਗੇ ਤੇ ਤਿਆਗਿਆ, ਉਹ ਤਿਆਗ ਨਹੀਂ ਜੇਗਾ, ਉਹ ਤੇ ਤੁਸੀਂ ਆਪਣੇ ਫੁਰਨੇ ਨੂੰ ਰੋਕ ਲਿਆ ਵਾ।
ਉਹ ਨਹੀਂ ਕੀਤੀ ਜੀ, ਪਰ ਅੰਦਰੋਂ ਤਾਂ ਆਵਾਜ਼ ਆਉਂਦੀ ਰਹਿਣੀ ਆ। ਅੰਦਰੋਂ ਕੀ ਕਰ ਲੋਗੇ? ਨਸ਼ਾ ਕਰਨ ਵਾਲਾ ਕੀ ਕਰਦਾ ਹੈ? ਉਹ ਕੰਟਰੋਲ ਕਰਦਾ ਰਹਿੰਦਾ 5-6 ਮਹੀਨੇ ਲੰਘਦੇ ਆ, ਮੁੜ ਕੇ ਆ ਕੇ ਫਿਰ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ, ਕਿਉਂਕਿ ਆਵਾਜ਼ ਕੰਟਰੋਲ 'ਚ ਨਹੀਂ ਆ ਰਹੀ। ਇੱਕ ਸਮਾਂ ਆਇਆ ਬਹੁਤ ਜ਼ਿਆਦਾ ਪ੍ਰੈਸ਼ਰ ਵੱਧ ਗਿਆ ਤੇ ਸੀਟੀ ਵੱਜ ਗਈ। ਜਦੋਂ ਆਪਾਂ ਕਿ ਮਨ ਨੂੰ ਇਹ ਕਹਿੰਦੇ ਕਿ ਆਪ ਕੰਮ ਨਹੀਂ ਕਰਨਾ, ਤੇ ਵੇਖੋ ਮਨ ਦੀ ਪਾਵਰ, ਫਿਰ ਤੁਹਾਨੂੰ ਮਨ ਦੱਸੂਗਾ ਕੰਮ ਕਰਨਾ ਜਾਂ ਨਹੀਂ ਕਰਨਾ। ਉਹਦੇ ਚਿੱਤ, ਤੁਹਾਡੇ ਚਿੱਤ ਦੇ ਅੰਦਰ ਕੇਵਲ ਉਹ ਚੀਜ਼ ਚੱਲਣੀ ਆ। ਉਹ ਤੁਸੀਂ ਇਹਨਾਂ ਕਮਿਟਮੈਂਟ ਨਾ ਕਿਤੇ ਕਰ ਲਿਓ ਕਿ ਆਹ ਕੰਮ ਨਹੀਂ ਕਰਨਾ। ਹਾਂ, ਤੁਸੀਂ ਇਹਨੂੰ ਕਹੋ ਦੇਖਾਂਗਾ ਯਾਰ ਮੈਂ ਕਰ ਵੀ ਸਕਦਾ ਤੇ ਨਹੀਂ ਵੀ ਕਰ ਸਕਦਾ। ਏਦਾਂ ਦਾ ਪੋਲੀਟੀਕਲ ਜਵਾਬ ਦਿਓ ਇਹਨੂੰ। ਇਹਨੂੰ ਇਹ ਪਤਾ ਲੱਗੇ ਕਿ ਤੂੰ ਮਾਲਕ ਆ। ਜਾਂ ਕਹਿ ਦੋ ਇਹਨੂੰ ਵੀ ਕਰਕੇ ਇਹਦੇ ਨਾਲ ਦੱਸ ਕੀ ਇਹਦੇ ਨਾਲ ਫਾਇਦਾ ਕੀ ਹੋਣਾ ਹੈ, ਨੁਕਸਾਨ ਕੀ ਹੋਣਾ, ਦੇਖ ਲਈਏ ਆਪਾਂ, ਚੈੱਕ ਕਰ ਲੈਂਦੇ ਹਾਂ ਨੁਕਸਾਨ ਤੇ ਫਾਇਦਾ। ਹਾਂਜੀ ਵੀਰ ਜੀ। ਹਾਂ, ਇੰਨੀ ਚ ਤਾਂ ਮੈਨੂੰ ਇਹ ਵੀ ਕਹਿ ਦਈਏ ਨਾ, ਦੇਖ ਲਾਂਗੇ ਯਾਰ, ਕੋਈ ਗੱਲ ਨਹੀਂ, ਕਰ ਲਾਂਗੇ, ਪਰ ਹਜੇ ਨਹੀਂ ਕਰਨਾ। ਸ਼ਾਂਤੀ ਮਿਲੀ ਰਹਿਣੀ ਹੈ ਨਾ ਕਿ ਹਾਂ ਮੇਰੇ ਤੇ ਬੰਦਿਸ਼ ਨਹੀਂ ਕੀਤੀ। ਬਿਲਕੁਲ। ਤੇ ਜਦੋਂ ਆਪਾਂ ਕਹਿੰਦੇ ਆਪਾਂ ਕੰਮ ਨਹੀਂ ਕਰਨਾ, ਫਿਰ ਤੇ ਸਟੇਟਮੈਂਟ ਹੋ ਗਈ। ਉਹ ਤੇ ਮੇ ਵੀ ਇਹਨੂੰ ਕਹੋ ਤੇ ਇਹਨੂੰ ਯਕੀਨ ਜਿਹਾ ਹੋ ਜਾਏ ਕਿ ਹਾਂ ਵੀ ਨਾ ਨਹੀਂ ਕੀਤੀ, ਬਸ ਕਰੋ ਭਾਵੇਂ ਨਾ ਹੀ ਤੁਸੀਂ, ਪਰ ਮੇ ਵੀ ਕਹਿ ਦੋ, ਫਿਰ ਇਹਨਾਂ ਸ਼ਾਂਤ ਰਹੂਗਾ। ਤੇ ਜਦੋਂ ਤੁਸੀਂ ਨਹੀਂ ਕਰਨਾ, ਜਿੱਦਾਂ ਸ਼ਰਾਬੀ ਕਹਿ ਦਿੰਦਾ ਕਿ ਮੈਂ ਨਹੀਂ ਸ਼ਰਾਬ ਪੀਣੀ, ਫਿਰ ਵੇਖੋ ਤਮਾਸ਼ਾ ਸ਼ਰਾਬੀ ਦਾ। ਫਿਰ ਉਦੋਂ ਉਹ ਬੜੀ ਪ੍ਰੋਬਲਮ ਹੋਣੀ ਵਿਚਾਰੇ ਲਈ, ਕਿਉਂਕਿ ਮਨ ਨੇ ਜ਼ੋਰ ਲਾਉਣਾ ਪੂਰਾ। ਠੀਕ ਹੈ ਜੀ, ਅੱਗੇ ਚਲੀਏ ਨਜ ਸਾਹਿਬ। ਅੱਜ ਤਾਂ ਬਹੁਤ ਕਮਾਲ ਦਾ ਗਿਆਨ ਆ ਰਿਹਾ ਜੀ। ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਲਓ, ਕਬੀਰ ਜੀ ਕਹਿੰਦੇ ਆ ਭਾਈ, ਜਿਹੜਾ ਇਨਸਾਨ ਜਿਹੜਾ ਹੈਗਾ ਜਿਹਨੇ ਪ੍ਰੈਕਟੀਕਲ ਨਹੀਂ ਕੀਤਾ, ਗਿਆਨ ਜਿਹੜਾ ਕਮਾਈ ਨਹੀਂ ਕੀਤੀ ਗਿਆਨ ਦੀ, ਗਿਆਨ ਨੂੰ ਯੂਜ਼ ਨਹੀਂ ਕੀਤਾ, ਖਾਲੀ ਜਿਹੜਾ ਹੈਗਾ ਗਿਆਨ ਲੈ ਲਿਆ, ਕਹਿੰਦੇ ਉਹ ਗੁਰੂ ਨਹੀਂ ਹੋ ਸਕਦਾ ਭਾਈ ਭਗਤਾਂ ਦਾ। ਭਗਤ ਜਿਹੜੇ ਹੈਗੇ, ਭਗਤੀ ਦਾ ਮਤਲਬ ਹੀ ਪ੍ਰੈਕਟੀਕਲ ਹੈਗਾ। ਭਗਤੀ ਦਾ ਮਤਲਬ ਹੀ ਪ੍ਰੈਕਟੀਕਲ ਹੈਗਾ। ਕਬੀਰ ਬਾਮਨ ਗੁਰੂ ਹੈ ਜਗਤ ਕਾ, ਦੁਨੀਆ ਦਾ ਗੁਰੂ ਹੋ ਸਕਦਾ ਭਾਈ, ਪਰ ਭਗਤਾਂ ਦਾ ਗੁਰੂ ਨਹੀਂ ਹੈਗਾ। ਪ੍ਰੈਕਟੀਕਲ ਕਰਨ ਵਾਲੇ ਦਾ ਗੁਰੂ ਜਿਹੜਾ ਹੈਗਾ ਉਹ ਗਿਆਨੀ ਨਹੀਂ ਹੋ ਸਕਦਾ। ਕੱਲਾ ਜਿਹੜਾ ਚੁੰਝ ਗਿਆਨ ਜਿਹੜਾ ਹੈਗਾ, ਚੱਕ ਕੇ ਇੱਧਰੋਂ ਚੱਕਿਆ, ਇੱਧਰ ਪਾਤਾ, ਇੱਥੋਂ ਵੀਡੀਓ ਚੱਕਿਆ, ਉੱਥੋਂ ਚੱਕ ਲਿਆ, ਸਾਰਾ ਇੱਧਰ ਦੇ ਉੱਧਰ ਟੋਟਕੇ ਦੇ ਛੱਡੀ ਜਾਂਦੇ। ਪਤਾ ਨਹੀਂ ਇਹਨਾਂ ਨੇ ਕੀ ਲੈਣਾ ਹੈ, ਕਿੰਨਾ ਕੀਮਤੀ ਜਨਮ ਹੈ, ਕਿੰਨੇ ਕੀਮਤੀ ਸਵਾਸ ਆ। ਆਪਣੇ ਤਾਂ ਤੁਸੀਂ ਗਵਾ ਰਹੇ ਹੋ, ਦੂਜਿਆਂ ਦੇ ਵੀ ਖਰਾਬ ਕਰੀ ਜਾ ਰਹੇ। ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪਛ ਮੁਆ, ਚਾਰੋਂ ਵੇਦੋਂ ਮਾਹੇ। ਕਹਿੰਦੇ ਫਸ ਕੇ ਜਿਹੜਾ ਹੈਗਾ, ਉਲਝ ਕੇ ਫਸ ਕੇ ਜਿਹੜਾ ਹੈਗਾ, ਬਸ ਇਹ ਗਿਆਨ ਦੇ ਵਿੱਚ ਹੀ ਫਸ ਕੇ ਜਿਹੜਾ ਹੈਗਾ ਉਲਝ ਗਿਆ। ਚਾਰ ਵੇਦ ਇਕੱਲੇ ਹਿੰਦੂਆਂ ਦੀ ਗੱਲ ਥੋੜੀ ਨਾ ਹੋ ਰਹੀ ਹੈ, ਇਹ ਸਾਰਾ ਗਿਆਨ ਦੀ ਗੱਲ ਹੋ ਰਹੀ। ਕਹਿੰਦੇ ਗਿਆਨ ਦੇ ਵਿੱਚ ਹੀ ਆ, ਇਹਨੇ ਫੀਲਿੰਗ ਬਸ ਗਿਆਨ ਦੀ ਲਈ ਜਾਣੀ ਹੈ। ਗਿਆਨ ਜਿਹੜਾ ਹੈਗਾ ਭਾਵੇਂ ਬ੍ਰਹਮ ਗਿਆਨ ਹੋਏ, ਉਹ ਤਾਂ ਬ੍ਰਹਮ ਗਿਆਨੀ ਦੀ ਪ੍ਰਾਪਤੀ ਹੈ, ਉਹਦਾ ਆਪਣਾ ਐਕਸਪੀਰੀਅੰਸ ਹੈਗਾ ਆ। ਉਹਦੇ ਨਾਲ ਜਿਹੜਾ ਹੈਗਾ, ਉਹਦੀ ਚਰਚਾ ਦੇ ਨਾਲ ਆਪਾਂ ਥੋੜੀ ਨਾ ਉਸ ਸਟੇਜ ਦੇ ਉੱਤੇ ਪਹੁੰਚ ਜਾਣਾ ਹੈ। ਉਹਦੀ ਫੀਲਿੰਗ ਲੈਣ ਦੇ ਨਾਲ ਕੀ ਹੋਣਾ ਹੈ? ਆਪਾਂ ਤਾਂ ਉੱਥੇ ਹੀ ਖੜੇ ਹਾਂ, ਇੱਕੋ ਜਿੱਤ। ਹਾਲੇ ਤਾਂ ਆਪਾਂ ਉਹ ਰੇਸ ਜਿਹੜੀ ਹੈਗੀ ਉਹਦੀ ਲਾਈਨ ਦੇ ਉੱਤੇ ਹੀ ਖੜੇ ਹਾਂ, ਅੱਗੇ ਤਾਂ ਸਟੈਪ ਲਿਆ ਹੀ ਨਹੀਂ ਆਪਾਂ ਨੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਾਂ ਕਾ ਗੁਰੂ ਨਹੀਂ। ਬਾਮਨ ਹੈ ਜਿਹੜਾ ਗਿਆਨੀ ਬੰਦਾ ਹੈ, ਉਹ ਸੰਸਾਰ ਦਾ ਗੁਰੂ ਬਣ ਸਕਦਾ। ਜਗਤ ਦੀ ਗੱਲ ਕੀਤੀ ਨਾ, ਪਰ ਭਗਤਾਂ ਦਾ ਗੁਰੂ ਨਹੀਂ ਜੋ ਹੈਗਾ। ਕਿਉਂ? ਕਿਉਂਕਿ ਉਹ ਕੋਲ ਅਨੁਭਵ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਦੁਨੀਆ ਦੇ ਵਿੱਚ ਵੀ ਗਿਆਨ ਜਿਹੜਾ ਹੈਗਾ, ਦੁਨੀਆ ਦਾ ਗਿਆਨ ਦੁਨੀਆ ਨੂੰ ਦੇ ਦਿਓ। ਤੁਸੀਂ ਦੁਨੀਆ ਦਾ ਪ੍ਰੈਕਟੀਕਲ ਕੀਤੇ ਹੋਏ ਉਹਦੇ ਅਨੁਭਵ ਹੈਗੇ ਤੇ ਦੁਨੀਆ ਨੂੰ ਦੇ ਸਕਦੇ, ਪਰ ਸਪਿਰਿਚੁਅਲ ਜਿਹੜੀ ਜਰਨੀ ਹੈਗੀ ਉਹ ਤਾਂ ਭਾਈ ਜਿਹਨੇ ਇੱਕ ਪ੍ਰੈਕਟੀਕਲ ਕੀਤਾ ਹੈ ਜਾਂ ਕਰ ਰਿਹਾ ਹੈ ਉਹੀ ਦੱਸ ਸਕਦਾ ਹੈ ਉਹਦੇ ਬਾਰੇ। ਹਾਂਜੀ ਵੀਰ ਜੀ। ਅੱਜ ਤੱਕ ਕਹਿਣ ਤੋਂ ਭਾਵ ਇੱਕ ਔਰਤ ਹੈ ਜਿਹਨੇ ਖੁਦ ਬੱਚੇ ਨੂੰ ਜਨਮ ਦਿੱਤਾ ਹੈ, ਉਹਨੇ ਤੇ ਪ੍ਰੈਕਟੀਕਲ ਕਰ ਲਿਆ। ਇੱਕ ਔਰਤ ਹੈ ਜਿਹਨੇ ਬੱਚੇ ਨੂੰ ਜਨਮ ਨਹੀਂ ਦਿੱਤਾ, ਕਿਤਾਬਾਂ ਹੀ ਪੜ੍ਹੀਆਂ, ਬੱਚਾ ਕਿੱਦਾਂ ਹੋਣਾ ਵਾ, ਪੀੜ ਕਿੱਦਾਂ ਹੋਣੀ ਆ, ਕਿੱਦਾਂ ਬੱਚਾ ਪੈਦਾ ਹੁੰਦਾ, ਕਿੱਦਾਂ ਬੱਚਾ ਗਰੋਥ ਕਰਦਾ, ਉਹ ਤੇ ਉਹਨੂੰ ਕੇਵਲ ਹਜੇ ਅੱਖਰੀ ਗਿਆਨ ਹੈ, ਪ੍ਰੈਕਟੀਕਲ ਥੋੜੀ ਹੈਗੀ ਉਹ। ਬਿਲਕੁਲ ਸਹੀ ਗੱਲ ਹੈ। ਇਸ ਲਈ ਉਹ ਕਹਿੰਦੇ ਕਿ ਜਿਹੜੀ ਔਰਤ ਨੇ ਬੱਚਾ ਹੀ ਨਹੀਂ ਜਨਮਿਆ, ਉਹ ਨਹੀਂ ਸਾਡੀ ਗੁਰੂ, ਉਹਨੇ ਕਿਤਾਬਾਂ ਪੜ੍ਹੀਆਂ ਨੇ। ਸਾਨੂੰ ਤੇ ਉਹ ਗੁਰੂ ਆ ਜਿਹਨੇ ਪ੍ਰੈਕਟੀਕਲ ਕੀਤਾ, ਜਿਹਨੇ ਉਸ ਬੱਚੇ ਨੂੰ ਜਨਮ ਦਿੱਤਾ, ਜਿਹਨੇ ਉਸ ਆਤਮਾ ਤੱਤ ਨੂੰ ਦੇਖਿਆ। ਕੇਵਲ ਆਤਮਾ ਦੇ ਬਾਰੇ ਦੇਖੋ, ਇੱਕ ਚੀਜ਼ ਨੂੰ ਦੇਖੋ, ਆਪ ਸਮਝੋ। ਬਾਣੀ ਕੀ ਕਹਿੰਦੀ ਆ? ਪਰਮਾਤਮਾ ਨੂੰ ਜਾਣਨਾ
ਤੇ ਪਰਮਾਤਮਾ ਦੇ ਬਾਰੇ ਜਾਣਨਾ ਬਹੁਤ ਫਰਕ ਜੀ। ਹਾਂ, ਫਿਰ ਸੁਣ ਲਓ ਮੇਰੀ ਗੱਲ, ਮੈਂ ਫਿਰ ਗੱਲ ਕਲੀਅਰ ਕਰਦਾ। ਪਰਮਾਤਮਾ ਨੂੰ ਜਾਣਨਾ ਤੇ ਪਰਮਾਤਮਾ ਦੇ ਬਾਰੇ ਜਾਣਨਾ ਬਹੁਤ ਫਰਕ ਹੈ। ਤੇ ਤੁਹਾਨੂੰ ਪਤਾ ਹੀ ਹੈ, ਪਰਮਾਤਮਾ ਦੇ ਬਾਰੇ ਜਾਣਨਾ ਹੈ ਤੇ ਭਗਤੀ ਹੀ ਕੇਵਲ ਇੱਕ ਤਰੀਕਾ ਹੈ, ਹੋਰ ਕੋਈ ਤਰੀਕਾ ਹੀ ਨਹੀਂ ਹੈ। ਵਾਹ ਜੀ ਵਾਹ। ਜਿਹੜਾ ਜੋ ਵੀ ਆਪਾਂ ਪੜ੍ਹਦੇ ਪਏ ਆ, ਜੋ ਸੁਣਦੇ ਪਏ ਆ, ਇਹ ਕੇਵਲ ਪਰਮਾਤਮਾ ਦੇ ਬਾਰੇ ਜਾਣ ਰਹੇ ਆ। ਬਹੁਤ ਵਧੀਆ ਗੁਰੂ ਸਾਹਿਬ, ਬਹੁਤ ਵਧੀਆ, ਬਿਲਕੁਲ। ਇਹ ਪਰਮਾਤਮਾ ਦੇ ਬਾਰੇ ਕੁਝ ਵੀ ਨਹੀਂ ਹੈਗਾ ਇੱਥੇ, ਨਾ ਕੋਈ ਲਿਖ ਸਕਦਾ, ਨਾ ਲਿਖਿਆ ਜਾ ਸਕਦਾ। ਇਹ ਸ਼ਬਦ ਉਹ ਅਨੁਭਵ ਦਾ ਵਿਸ਼ਾ। ਪੁਰਾਣਕ ਭਾਸ਼ਾ ਨੂੰ ਕਹਿੰਦੇ ਸ਼ਬਦ ਕਹੀ ਜਾਂਦੇ, ਜੋ ਸ਼ਬਦ ਤੋਂ ਆਇਆ, ਸ਼ਬਦ ਤੋਂ ਆਇਆ। ਇਹ ਸ਼ਬਦ ਕੀ ਹੈ? ਉਹ ਕਹਿੰਦੇ ਉਹ ਅੱਖਰਾਂ ਦਾ ਵਿਸ਼ਾ ਕੋਈ ਨਹੀਂ ਹੈ। ਕਬੀਰ ਸਾਹਿਬ ਕਹਿੰਦੇ 52 ਅੱਖਰਾਂ ਚ ਨਹੀਂ ਆਉਂਦਿਆ। ਜੋ ਵੀ ਕੁਝ ਆਉਂਦਿਆ ਕੇਵਲ ਪਰਮਾਤਮਾ ਦੀ ਤਾਰੀਫ ਆ, ਅੱਖਰਾਂ ਚ ਹੋ ਸਕਦੀ ਆ। ਪਰਮਾਤਮਾ ਦੇ ਬਾਰੇ ਤਾਂ ਦੱਸਿਆ ਹੀ ਨਹੀਂ ਜਾ ਸਕਦਾ। ਬਿਲਕੁਲ ਨਹੀਂ ਦੱਸਿਆ ਜਾ ਸਕਦਾ। ਹਾਂ, ਇਹ ਦੱਸਿਆ ਜਾ ਸਕਦਾ ਆ ਪਰਮਾਤਮਾ ਨਹੀਂ ਹੈ, ਆ ਨਹੀਂ ਹੈਗਾ, ਆ ਨਹੀਂ ਹੈਗਾ, ਇਹ ਸਾਰਾ ਕੁਝ ਦੱਸ ਸਕਦੇ ਆ ਆਪਾਂ। ਆਹੋ, ਫਿਰ ਬਾਣੀ ਕਹਿੰਦੀ ਜੇ ਮੈਂ ਜਾਣਾ ਆਖਾਂ ਨਹੀਂ, ਹਾਂ ਕਿਹਾ ਕਥਨ ਨਾ ਜਾਈ। ਬਸ ਬਿਲਕੁਲ ਸਹੀ ਹੈ। ਜੇ ਮੈਂ ਜਾਣਦਾ ਵੀ ਹਾਂ ਤੂੰ ਮੈਂ ਆਖ ਨਹੀਂ ਸਕਦਾ, ਆਖਾਂ ਨਹੀਂ, ਮੈਂ ਨਹੀਂ ਕਹਿੰਦਾ। ਕਿਉਂਕਿ ਕਹਿਣ ਦਾ ਤਾਂ ਵਿਸ਼ਾ ਹੀ ਨਹੀਂ, ਅੱਖਰ ਹੀ ਨਹੀਂ ਬਣੇ ਜੀ, ਅੱਖਰ ਹੀ ਨਹੀਂ ਬਣੇ ਉਹਦੇ ਵਾਸਤੇ। ਜੇ ਸਭ ਅੱਖਰ ਤੇ ਦੁੱਧ ਦਾ ਸਵਾਦ ਬਾਰੇ ਨਹੀਂ ਦੱਸ ਸਕਦੇ। ਇੱਕ ਤੁਸੀਂ ਖੰਡ ਬਾਰੇ ਦੱਸੋ ਕਿ ਖੰਡ ਕੀ ਹੈ, ਕਿੱਦਾਂ ਡਿਸਕ੍ਰਾਈਬ ਕਰੋਗੇ? ਭਾਸ਼ਾ ਦੇ ਟਾਈਮ ਪਾਸ ਹੈ, ਟੈਂਪਰੇਰੀ ਚੀਜ਼ ਹੈ, ਇਸ ਲਈ ਅਨੁਭਵ ਦਾ ਵਿਸ਼ਾ ਬਹੁਤ ਹੈਗਾ, ਖਾਸ ਕਰਕੇ ਅਧਿਆਤਮਿਕ ਜੀਵਨ। ਹਾਂਜੀ ਨਜਾ ਸਾਹਿਬ, ਇੱਕ ਹੋਰ ਲੈ ਲਿਆ ਜੀ। ਨਲਦੀਪ ਜੀ, ਜਿਹੜਾ ਉਹ ਜਿੱਦਾਂ ਸਾਇੰਸ ਦੀ ਕੋਈ ਖੋਜ ਕੀਤੀ, ਉਹ ਇੱਕ ਬੰਦੇ ਨੇ ਕੀਤੀ ਤੇ ਸਾਰੀ ਦੁਨੀਆ ਉਹਨੂੰ ਆਨੰਦ ਚ, ਉਹਨੂੰ ਮੌਜ ਕਰਦੀ ਹੈ, ਉਹਦੀ ਦੇਖਦੀ ਹੈ, ਉਹਦੀ ਖੋਜ ਤੋਂ ਫਾਇਦਾ ਉਠਾਉਂਦੀ ਹੈ। ਪਰ ਜਿਹੜਾ ਅਧਿਆਤਮ ਦੇ ਅੰਦਰ ਜੇ ਇੱਕ ਨੇ ਖੋਜ ਕੀਤੀ, ਦੂਜੇ ਨੂੰ ਵੀ ਚੱਲਣਾ ਹੀ ਪੈਣਾ, ਸਾਰੀ ਦੁਨੀਆ ਨੂੰ ਕੱਲੇ ਨੂੰ ਚੱਲਣਾ ਪੈਣਾ। ਇੰਡੀਵਿਜੂਅਲ ਰਸਤਾ ਹੈ ਬਿਲਕੁਲ। ਉਹਦੇ ਤੋਂ ਆਪਾਂ ਥੋੜੀ ਸੇਧ ਲੈ ਸਕਦੇ ਹਾਂ, ਬਸ ਉਹਦੇ ਤੋਂ ਸੇਧ ਲੈ ਸਾਰੇ ਲੈ ਸਕਦੇ ਹਾਂ। ਹਾਂ, ਇਹੀ ਹੈਗੀ ਜੀ ਗੱਲ, ਬਿਲਕੁਲ। ਹੁਣ ਆਖਰੀ ਅੱਜ ਦਾ ਲਈਏ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿੰਦੇ ਜੇ ਰੱਬ ਦੇ ਰਸਤੇ ਤੇ ਤੁਰਨਾ ਹੈ ਨਾ, ਪਰਮਾਤਮਾ ਜਿਹੜਾ ਹੈ, ਨਾਮ ਅੰਮ੍ਰਿਤ ਪੀਣਾ ਹੈ, ਪਰਮਾਤਮਾ ਆਤਮਾ ਤੱਕ ਦੀ ਯਾਤਰਾ ਕਰਨੀ ਹੈ ਪਿਆਰਿਆ, ਆਪਣੇ ਅਸਲੀ ਰੂਪ ਨੂੰ ਦੇਖਣਾ ਹੈਗਾ ਤੇ ਨਿਮਰਤਾ ਦੇ ਵਿੱਚ ਜਾਣਾ ਪਊਗਾ। ਇਹ ਤੂੰ ਤਾਂ ਜਿਹੜਾ ਹਾਥੀ ਬਣਿਆ ਪਿਆ ਆ, ਇੰਨਾ ਜਿਹੜਾ ਤੇਰਾ ਹੰਕਾਰ, ਇੰਨੀ ਤੇਰੀ ਹਉਮੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਕਹਿੰਦੇ ਨਹੀਂ ਚੁਣ ਸਕਦਾ ਤੂੰ, ਕੁਛ ਵੀ ਇੱਕ ਦਾਣਾ ਨਹੀਂ ਚੁਗ ਸਕਦਾ ਰੇਤ ਦਾ। ਕਹਿ ਕਬੀਰ ਗੁਰੇ ਭਲੀ ਹੀ ਬੁਝਾਈ, ਕੀਟੀ ਹੋਏ ਕੇ ਖਾਏ। ਕਹਿੰਦੇ ਮੇਰੇ ਗੁਰੂ ਨੇ ਮੈਨੂੰ ਬਹੁਤ ਵਧੀਆ ਤਗੀਦ ਕਰ ਦਿੱਤੀ, ਮੈਨੂੰ ਗਿਆਨ ਦਿੱਤਾ ਬਈ ਕੀੜੀ ਬਣ ਜਾ, ਔਰ ਇੱਕ ਵੀ ਦਾਣਾ ਨਹੀਂ ਰਹਿਣ ਦੇਂਗੀ। ਸਾਰੀ ਕੀੜੀ ਨੂੰ ਜਿੱਥੇ ਮਰਜੀ ਤੁਸੀਂ ਰੇਤ ਦੇ ਵਿੱਚ, ਜਿੱਥੇ ਤੁਸੀਂ ਟੋਆ ਪੱਟ ਕੇ ਅੰਦਰ ਦੱਬ ਦਿਓ, ਕੀੜੀ ਨੇ ਕੱਢ ਕੇ ਲੈ ਆਉਣਾ ਉਹਦੇ ਵਿੱਚੋਂ ਦੀ। ਆਇਆ ਭਾਈ ਕੀੜੀ। ਕਹਿੰਦੇ ਕੀੜੀ ਹੋ ਜਾ ਸਾਰਿਆਂ ਦੇ, ਨਿਮਰਤਾ ਥੱਲੇ ਰਹਿ ਔਰ ਚੁੱਕ ਕੇ ਖਾ ਲੇਗਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਜੇ ਤੂੰ ਨਿਮਰਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰੇਗਾ ਤੇ ਫਿਰ ਕੀੜੀ ਵਾਂਗੂ ਖਾ ਲਈ। ਹਾਂ, ਤੇ ਜੇ ਤੂੰ ਹਉਮੈ ਚ ਘੁੰਮਿਆ ਫਿਰ ਤੇ ਬਈ ਉਹੀ ਕੰਮ ਹੋਇਆ ਏ ਕਿ ਖੰਡ ਚੁਗਣੀ ਆ ਤੇ ਹਾਥੀ ਭੇਜ ਦੋ। ਸਾਰੀ ਸੁੰਡ ਜਿੱਤੇ ਡਾਂਡ ਤੇ ਫਸ ਸਕਦਾ, ਪਰ ਖੰਡ ਦਾ ਦਾਣਾ ਤੇ ਨਹੀਂ ਨਾ ਹੋਣਾ। ਨਾ ਉਹਨੇ ਸਾਰੀ ਮਿੱਟੀ ਮੁੱਟੀ ਸਮੇਟ ਲੈਣੀ ਆ ਸੁੰਡ ਦੇ ਵਿੱਚ। ਠੀਕ ਹੈ ਜੀ। ਸਾਧ ਸੰਗਤ ਜੀ ਅੱਜ ਦੇ ਵਿਚਾਰੇ ਇੱਥੇ ਨਜਰ ਸਾਹਿਬ। ਅੱਜ ਤਾਂ ਗੋਰਖੀ ਸਾਹਿਬ ਇੱਕ ਚੀਜ਼ ਮੈਂ ਐਕਸਪੀਰੀਅੰਸ ਕੀਤੀ ਹੈ ਨਾ, ਆਪਾਂ ਜਿਹੜੇ ਅੱਜ ਦਾ ਥੋੜਾ ਜਿਹਾ ਟੂ ਦੀ ਪੁਆਇੰਟ ਰਹੇ ਨਾ, ਤੇ ਬਹੁਤ ਵਧੀਆ ਗਿਆਨ ਹੋਇਆ, ਬਹੁਤ ਵਧੀਆ। ਐਵੇਂ ਦਾ ਆਪਾਂ ਨੂੰ ਜਿਹੜਾ ਹੈਗਾ ਬਹੁਤ ਵਧੀਆ ਇਸ ਤਰੀਕੇ ਨਾਲ ਚੱਲਣਾ ਪਊਗਾ। ਬਹੁਤ ਵਧੀਆ ਅੱਜ ਹੋਇਆ। ਨਿਜਰ ਸਾਹਿਬ ਦੇਖੋ ਪਤਾ ਕੀ ਹੁੰਦਾ ਵਾ ਕਿ ਕਈ ਵਾਰੀ ਨਾ ਬਾਣੀ ਜਿਹੜੀ ਹੈਗੀ ਨਾ, ਦੇਖੋ ਟੂ ਦੀ ਪੁਆਇੰਟ ਜੇ ਤੁਸੀਂ ਗੱਲ ਵੀ ਕਰਦੇ ਜੋ ਨਾ, ਉਹ ਕਈ ਵਾਰੀ ਬਾਣੀ ਉਦਾਂ ਦੀ ਨਹੀਂ ਹੁੰਦੀ। ਟੂ ਦੀ ਪੁਆਇੰਟ ਗੱਲ ਕਰਕੇ ਵੇਖ ਲਓ, ਜਿੰਨਾ ਮਰਜ਼ੀ ਤੁਰਿਆ ਜਾਓ, ਉਹਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਉਹਨੂੰ ਰਿਫਾਈਨਡ ਕਰਨਾ ਹੀ ਪੈਣਾ। ਉਹ ਠੀਕ ਹੈ ਜੀ, ਬਿਲਕੁਲ ਠੀਕ ਹੈ। ਸਧਾਰਨ ਬੁੱਧੀ ਤੇ ਗ੍ਰੈਬ ਕਰ ਹੀ ਨਹੀਂ ਸਕਦੀ। ਆ ਜਾਓ, ਤੁਹਾਨੂੰ ਮੈਂ ਬਾਣੀ ਮੈਂ ਸਾਰੀ ਜਾਂ ਤੁਹਾਨੂੰ ਮੈਂ 2 ਮਿੰਟ ਚ 1 ਮਿੰਟ ਚ ਕਥਾ ਦੇ ਨਾਲ ਕਰੀ ਜਾਂਦੇ, ਪੱਲੇ ਨਹੀਂ ਪੈਣਾ ਕੁਛ। ਬਿਲਕੁਲ। ਕਿਉਂਕਿ ਉਹਨੇ ਤੁਹਾਡੇ ਫਸਣਾ ਹੀ ਨਹੀਂ, ਉਦਾਂ ਹੀ ਲੰਘ ਜਾਣੀ ਆ, ਉਹਦੇ ਛੜਾਕੇ ਦਾ ਮੀਂਹ ਹੈ। ਇਸ ਕਰਕੇ ਬਾਣੀ ਨੂੰ ਸਲੋ ਹੀ ਚਲਾਈਦਾ ਵਾ। ਉਹਦਾ ਕਾਰਨ ਇਹ ਹੁੰਦਾ ਵਾ ਕਿਉਂਕਿ ਉਹ ਇਹਦੇ ਕੋਈ ਬਾਣੀ ਸਰਲ ਸੀ ਅੱਜ, ਤੇ ਇਸ ਕਰਕੇ ਟੂ ਦੀ ਪੁਆਇੰਟ ਦੀ ਗੱਲ ਕਰ ਦੋ, ਲੰਘ ਜੋ, ਕੋਈ ਗੱਲ ਨਹੀਂ। ਆ ਬੰਦਾ ਗ੍ਰੈਬ ਕਰ ਲੈਂਦਾ, ਕਾਫੀ ਵੱਡੇ ਪੁਆਇੰਟ ਹੈਗੇ ਨੇ। ਪਰ ਕਈ ਵਾਰੀ ਗੱਲ ਰਮਜ ਚ ਗਈ ਹੁੰਦੀ ਹੈ,
ਠੀਕ ਹੈ। ਉਹ ਫਿਰ ਉਹਨੂੰ ਥੋੜਾ ਜਿਹਾ ਡਿਲੂਟ ਕਰ ਲਈਦਾ ਵਾ, ਹੋਰ ਤੇ ਕਹਾਣੀ ਤੋਂ ਕੁਝ ਨਹੀਂ। ਨਾ ਵਧੀਆ ਵਧੀਆ, ਟੂ ਦੀ ਪੁਆਇੰਟ ਵੀ ਕਰ ਸਕਦੇ ਆਪਾਂ। ਨਹੀਂ ਬਿਲਕੁਲ ਠੀਕ ਹੈ। ਮੇਰਾ ਕਹਿਣ ਦਾ ਭਾਵ ਸੀਗਾ ਕਿ ਬਈ ਜਿਹੜਾ ਆਪਾਂ ਜਿਹੜੇ ਹੈਗੇ ਨਾ ਜਿੱਥੇ ਖੋਲ੍ਹਣਾ ਹੈ ਉੱਥੇ ਤਾਂ ਖੋਲ੍ਹਣਾ ਹੀ ਆ ਆਪਾਂ ਨੇ, ਇਹ ਤਾਂ ਕੋਈ ਉਹ ਨਹੀਂ ਹੈਗੀ। ਪਰ ਜਿਹੜਾ ਹੈਗਾ ਬਈ ਇਹਦੇ ਨਾਲ ਜਿਹੜਾ ਹੈਗਾ ਕਿ ਆਪਾਂ ਸਬਜੈਕਟ ਤੋਂ ਜਿਹੜਾ ਹੈਗਾ ਨਾ ਸਬਜੈਕਟ ਤੋਂ ਦੂਰ ਨਾ ਚਲੇ ਜਾਈਏ, ਬਸ ਇਹ ਇੰਨੀ ਕੁ ਬੇਨਤੀ ਹੈਗੀ ਹੈ ਬਸ। ਬਸ ਜੀ ਸਭ ਚਲੋ ਕੋਈ ਗੱਲ ਨਹੀਂ। ਹਾਂਜੀ ਠੀਕ ਹੈ। ਹਾਂਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਤੇ ਭੰਗ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਹਾਂਪੁਰ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਆ ਸੰਗੀਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਆ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।